ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਪਾਟਿਆ। ਪੰਜਾਬ ਦੇ ਵਿੱਚ ਅੱਜ ਦਾ ਦਿਨ ਰੋਸ ਮੁਜ਼ਾਹਰਿਆਂ ਦੇ ਨਾਮ ਰਿਹਾ। ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਸ ਦੇ ਡਿਪਟੀ ਕਮਿਸ਼ਨਰਸ ਨੂੰ ਮੰਗ ਪੱਤਰ ਦਿੱਤੇ ਤੇ ਸਰਕਾਰ ਦੇ ਖਿਲਾਫ ਵਿਰੋਧ ਕੀਤਾ। ਦਰਅਸਲ ਪੰਜਾਬ ਦੇ ਵਿੱਚ ਕਈ ਅਜਿਹੇ ਮੁੱਦੇ ਨੇ ਜਿਹੜੇ ਇਸ ਕਰੋਨਾ ਕਾਲ ਦੇ ਦੌਰਾਨ ਖਾਸ ਤੌਰ ਤੇ ਚਰਚਾ ਦੇ ਵਿੱਚ ਰਹੇ। ਸ਼੍ਰੋਮਣੀ ਅਕਾਲੀ ਦਲ ਬੀਜੇਪੀ ਵੱਲੋਂ ਪਹਿਲਾਂ ਵੀ ਉਹ ਮੁੱਦੇ ਚੁੱਕੇ ਗਏ ਸੀ, ਹੁਣ ਦੁਬਾਰਾ ਮੰਗ ਪੱਤਰ ਦੇ ਕੇ ਉਹਨਾਂ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਸਰਕਾਰ ਤੋਂ। 5600 ਕਰੋੜ ਦੇ ਮਾਲੀ ਘਾਟੇ ਨੂੰ ਲੈ ਕੇ, ਮੈਡੀਕਲ ਸਟੱਡੀ ਦੀਆਂ ਵਧੀਆਂ ਫੀਸਾਂ ਨੂੰ ਲੈ ਕੇ, ਰੇਤ ਮਾਫੀਆ, ਸੈਂਡ ਮਾਫੀਆ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਹੈ ਕਿ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਬੀਜ ਘੁਟਾਲੇ ਦੀ ਮੰਗ ਵੀ ਇਸ ਮੰਗ ਪੱਤਰ ਦੇ ਵਿੱਚ ਸ਼ਾਮਿਲ ਕੀਤੀ ਗਈ ਹੈ। ਆਮ ਆਦਮੀ ਪਾਰਟੀ ਨੇ ਵੀ ਮੰਗ ਪੱਤਰ ਦਿੱਤੇ ਨੇ, ਜਿਸ ਦੇ ਵਿੱਚ ਬਿਜਲੀ ਦਰਾਂ ਦੇ ਵਿੱਚ ਰਿਆਇਤਾਂ ਦਾ ਮੁੱਦਾ ਚੁੱਕਿਆ ਗਿਆ ਹੈ। ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ, ਬੀਜੇਪੀ ਲਗਾਤਾਰ ਘਿਰੀ ਹੋਈ ਸੀਗੀ ਖੇਤੀ ਆਰਡੀਨੈਂਸ ਨੂੰ ਲੈ ਕੇ। ਉਸ ਤੋਂ ਬਾਅਦ ਹੁਣ ਅੱਜ ਪਲਟਵਾਰ ਕੀਤਾ ਹੈਗਾ ਅਕਾਲੀ ਦਲ ਨੇ ਪੂਰੀ ਵਿਉਂਤ ਦੇ ਨਾਲ ਇਹਨਾਂ ਮੰਗ ਪੱਤਰ ਨੂੰ ਦੇਖ ਕੇ ਵਿਰੋਧ ਪ੍ਰਦਰਸ਼ਨ ਕਰਕੇ। ਪਰ ਰਾਜਨੀਤੀ ਦੇ ਵਿੱਚ ਦਰਅਸਲ ਮੁੱਦੇ ਕਈ ਵਾਰੀ ਕਿਹਾ ਜਾਂਦਾ ਕਿ ਜ਼ਿੰਦਾ ਰੱਖੇ ਜਾਂਦੇ ਨੇ, ਮੁੱਦਿਆਂ ਨੂੰ ਸੁਲਝਾਇਆ ਨਹੀਂ ਜਾਂਦਾ ਪੂਰੀ ਤਰ੍ਹਾਂ। ਜਿਸ ਸਮੇਂ ਕੋਈ ਵੀ ਪਾਰਟੀ ਕਿਸੇ ਐਲੀਗੇਸ਼ਨ ਦੇ ਵਿੱਚ ਘਿਰਦੀ ਹੈ ਤੇ ਦੂਸਰੇ ਕਾਊਂਟਰ ਐਲੀਗੇਸ਼ਨ ਦੇ ਜ਼ਰੀਏ ਉਹਨਾਂ ਮੁੱਦਿਆਂ ਨੂੰ ਦੁਬਾਰਾ ਖੜਾ ਕਰ ਦਿੱਤਾ ਜਾਂਦਾ ਹੈ। ਇਸ ਸਿਆਸਤ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਵੇਖਿਆ ਜਾ ਰਿਹਾ ਕਿ ਜਿਹੜੀ ਵਿਰੋਧੀ ਧਿਰ ਹੈਗੀ ਉਹ ਆਪ ਆਰਡੀਨੈਂਸ ਨੂੰ ਲੈ ਕੇ ਲਗਾਤਾਰ ਘਿਰੀ ਹੋਈ ਸੀ ਸ਼੍ਰੋਮਣੀ ਅਕਾਲੀ ਦਲ, ਬੀਜੇਪੀ, ਪਰ ਹੁਣ ਅੱਜ ਸਰਕਾਰ ਦੇ ਉੱਤੇ ਦੁਬਾਰਾ ਹਮਲਾ ਕੀਤਾ ਔਰ ਸਰਕਾਰ ਵੀ ਇਸ ਕਰੋਨਾ ਕਾਲ ਦੇ ਦੌਰਾਨ ਕਈ ਸਾਰੇ ਮੁੱਦੇ ਸਰਕਾਰ ਦੇ ਖਿਲਾਫ ਉੱਠੇ, ਪਰ ਕਿਸੇ ਮੁੱਦੇ ਦੇ ਉੱਤੇ ਸਰਕਾਰ ਨੇ ਪੂਰੀ ਤਰ੍ਹਾਂ ਦੇ ਨਾਲ ਕੰਨ ਨਹੀਂ ਧਰਿਆ ਔਰ ਕਰੋਨਾ ਦੀ ਆੜ ਦੇ ਵਿੱਚ ਹਰ ਇੱਕ ਵਾਦ ਵਿਵਾਦ ਤੋਂ ਬਚਣ ਦੀ ਕੋਸ਼ਿਸ਼ ਕਰਦੀ ਰਹੀ। ਸਾਡੇ ਨਾਲ ਖਾਸ ਮਹਿਮਾਨ ਸਟੂਡੀਓ ਦੇ ਵਿੱਚ ਜੁੜ ਰਹੇ ਨੇ, ਉਹਨਾਂ ਦਾ ਤਾਰੁਫ ਕਰਵਾ ਦਿੰਦੇ ਨੇ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਰਜਿੰਦਰ ਦੀਪਾ ਜੁੜ ਰਹੇ ਨੇ ਸਾਡੇ ਨਾਲ। ਦੀਪਾ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਕਾਂਗਰਸ ਤੋਂ ਜਸਵਿੰਦਰ ਸਿੰਘ ਸੀਖਾਵਾਲਾ ਕਾਂਗਰਸ ਦੇ ਬੁਲਾਰੇ ਨੇ। ਜਸਵਿੰਦਰ ਜੀ, ਤੁਹਾਡਾ ਵੀ ਸਵਾਗਤ ਹੈ। ਔਰ ਪ੍ਰੋਫੈਸਰ ਮਨਜੀਤ ਸਿੰਘ ਰਾਜਨੀਤਿਕ ਮਾਮਲਿਆਂ ਦੇ ਵਿਸ਼ਲੇਸ਼ਕ ਨੇ। ਪ੍ਰੋਫੈਸਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਪਹਿਲਾ ਸਵਾਲ ਪ੍ਰੋਫੈਸਰ ਸਾਹਿਬ ਤੋਂ ਲੈ ਲੈਣੇ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹਨਾ। ਇੱਕ ਪਹਿਲਾ ਕਮੈਂਟ ਲੈਣਾ, ਉਸ ਤੋਂ ਬਾਅਦ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅੱਜ ਮੁਜ਼ਾਹਰੇ ਕੀਤੇ ਮੈਂ ਉਹਨਾਂ ਤੋਂ, ਹਾਲਾਂਕਿ ਅਕਾਲੀ ਦਲ ਤੋਂ ਮੈਂ ਲੈਣਾ ਚਾਹੁੰਦਾ ਸੀ, ਪਰ ਪਹਿਲਾਂ ਸਭ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਮੈਂਟ ਮੈਂ ਤੁਹਾਡੇ ਤੋਂ ਲੈਣਾ ਹੈਗਾ। ਜਿਹੜੀ ਇਹ ਪਰਸੈਪਸ਼ਨ ਹੈਗੀ ਕਿ ਰਾਜਨੀਤੀ ਦੇ ਵਿੱਚ ਮੁੱਦੇ ਜ਼ਿੰਦਾ ਰੱਖੇ ਜਾਂਦੇ ਆ ਤਾਂ ਕਿ ਤੁਹਾਡੇ ਆਪ ਦੇ ਬਚਾਅ ਦੇ ਲਈ ਕੰਮ ਆ ਜਾਣ ਉਹ ਕਿਸੇ ਵੀ ਸਮੇਂ, ਤੁਸੀਂ ਇਸ ਚੀਜ਼ ਨੂੰ ਕਿਵੇਂ ਮੰਨਦੇ ਹੋ? ਨਹੀਂ, ਠੀਕ ਹੈ। ਇੱਕ ਵਿਰੋਧੀ ਪਾਰਟੀ ਆ, ਭਾਵੇਂ ਕਮਜ਼ੋਰ ਵਿਰੋਧੀ ਪਾਰਟੀ ਆ ਇਸ ਵੇਲੇ, ਪਰ ਫਿਰ ਵੀ ਇਹਨਾਂ ਦਾ ਮਾਸ ਆਧਾਰ ਹੈਗਾ ਆ। ਔਰ 12 ਨਿਕਾਤੀ ਜਿਹੜਾ ਮੈਮੋਰੈਂਡਮ ਅੱਜ ਗਵਰਨਰ ਨੂੰ ਜਿਹੜਾ ਦਿੱਤਾ ਸਾਰੇ ਜ਼ਿਲ੍ਹਿਆਂ ਦੇ ਉੱਤੇ, ਉਹ ਇੱਕ ਜ਼ਿਆਦਾ ਉਪਚਾਰਕ ਲੱਗਦਾ ਆ, ਜਿਵੇਂ ਫਾਰਮਲ ਇੱਕ ਕਾਰਵਾਈ ਪਾਈ ਹੋਵੇ, ਉਹਦੇ ਚ ਤੰਤ-ਮੰਤ ਨਹੀਂ ਲੱਗਦਾ। ਦੇਖੋ, ਜੇ ਖੁੱਸੀ ਹੋਈ ਜ਼ਮੀਨ ਸ਼੍ਰੋਮਣੀ ਅਕਾਲੀ ਦਲ ਨੇ ਦੁਬਾਰਾ ਹਾਸਲ ਕਰਨੀ ਆ ਤੇ ਜ਼ਰੂਰੀ ਆ ਕਿ ਦੇਖੋ, ਪੰਜਾਬ ਦੀ ਇੱਕ ਤੇ ਰਵਾਇਤ ਨੂੰ ਮੰਨਣਾ ਪਊਗਾ। ਉਹ ਦਿੱਲੀ ਦੇ ਮੁਕਾਬਲੇ ਤੇ ਪੰਜਾਬ ਤਕੜਾ ਹੁੰਦਾ ਤੇ ਤੁਸੀਂ ਜੇ ਦਿੱਲੀ ਦੇ ਨਾਲ ਰਲ ਕੇ ਇੱਥੇ ਕਾਂਗਰਸ ਨੂੰ ਢਾਹ ਕੇ ਤੁਸੀਂ ਅਕਾਲੀ ਦਲ ਨੂੰ ਤਕੜਾ ਕਰੋਗੇ, ਉਹ ਬਹੁਤੀ ਗੱਲ ਬਣਦੀ ਨਹੀਂ। ਥੋੜੀ ਬਹੁਤ ਤਾਂ ਬਣ ਜੂਗੀ, ਪਰ ਬਹੁਤੀ ਗੱਲ ਉਹ ਬਣਨੀ ਨਹੀਂ। ਇਸ ਕਰਕੇ ਵੱਡੀ ਦਿੱਕਤ ਦਾ ਅਕਾਲੀ ਦਲ ਇਹੋ ਹੀ ਜਿਹੜਾ ਕਰ ਰਿਹਾ, ਜਿਹੜਾ ਫੇਸ ਕਰ ਰਿਹਾ। ਉਹਨਾਂ ਨੂੰ ਇਸ ਗੱਲ ਦੀ ਚੁਣੌਤੀ ਵੱਡੀ ਚੋਂ ਕਿਵੇਂ ਨਿਕਲਣਾ ਆ ਉਹ ਅਜੇ ਉਹਨਾਂ ਨੂੰ ਸਮਝ ਨਹੀਂ ਪੈਂਦੀ। ਪਰ ਠੀਕ ਹੈ, ਇੱਕ ਵਾਰੀ ਉਹਨਾਂ ਨੇ ਮੁਜ਼ਾਹਰੇ ਕਰਕੇ ਆਪਣੀ ਹਾਜ਼ਰੀ ਲਵਾ ਲਈ, ਇੰਜ ਤੁਸੀਂ ਕਹਿ ਲਓ, ਔਰ ਆਪਣੇ ਆਪ ਨੂੰ ਇਹ ਦੱਸਣ ਲਈ ਕਿ ਅਸੀਂ ਲੋਕਾਂ 'ਚ ਖੜੇ ਰਹੇ, ਲੋਕਾਂ ਦੀਆਂ ਗੱਲਾਂ ਕਰਦੇ ਰਹੇ, ਲੋਕਾਂ ਦੇ ਮੁੱਦੇ ਉਠਾਉਂਦੇ ਰਹੇ। ਬਸ ਇਹਦੇ ਤੋਂ ਵੱਧ ਹੋਰ ਕੁਛ ਨਹੀਂ ਹੈ ਅਹਿਮਦ। ਇਸ ਤੋਂ ਬਾਅਦ ਕੁਛ ਨਹੀਂ। ਰਜਿੰਦਰ ਦੀਪਾ ਜੀ, ਬੇਸਿਕਲੀ ਪਰਸੈਪਸ਼ਨ ਇਹ ਬਣ ਰਹੀ ਹੈ ਅਕਾਲੀ ਦਲ ਦੀ ਕਿ ਜਿਸ ਚੀਜ਼ ਦਾ ਜ਼ਿਕਰ ਉਹਨਾਂ ਨੇ ਵੀ ਕਿਹਾ ਕਿ ਅਕਾਲੀ ਦਲ ਜੇ ਇੰਨੇ ਮੁੱਦੇ ਹੈਗੇ ਨੇ ਸਰਕਾਰ ਦੇ ਅਗੇਂਸਟ, ਇੰਨੇ ਮੁੱਦੇ ਹੈਗੇ ਨੇ, ਪਰ ਅਕਾਲੀ ਦਲ ਕਿਸੇ ਤਰ੍ਹਾਂ ਦੇ ਨਾਲ ਉਹ ਮੂਵਮੈਂਟ ਖੜੀ ਕਰ ਨਹੀਂ ਪਾ ਰਿਹਾ। ਹਾਲਾਂਕਿ ਬੀਜ ਘੁਟਾਲੇ ਦਾ ਮੁੱਦਾ ਬਹੁਤ ਦੇਰ ਤੋਂ ਲੈ ਕੇ ਤੁਸੀਂ ਚੱਲੇ ਹੋਏ ਹੋ, ਸ਼ਰਾਬ ਦੀ ਗੱਲ ਕਰ ਰਹੇ ਆ, ਮਾਈਨਿੰਗ ਦੀ ਗੱਲ ਕਰ ਰਹੇ, ਪਰ ਕੋਈ ਇੱਕ ਵੀ ਇਸ਼ੂ ਅਕਾਲੀ ਦਲ ਸਰਕਾਰ ਦੇ ਅਗੇਂਸਟ ਇਸ ਤਰ੍ਹਾਂ ਦੇ ਨਾਲ ਖੜਾ ਨਹੀਂ ਕਰ ਪਾ ਰਿਹਾ ਵੀ ਜਿਹਦੇ ਨਾਲ ਵਾਕਿਆ ਹੀ ਸੱਤਾ ਧਿਰ ਦੀ ਜ਼ਿੰਮੇਵਾਰੀ ਹੈਗੀ ਹੈ ਜਵਾਬ ਦੇਣਾ, ਔਰ ਉਸ ਦੀ ਜਵਾਬ ਦੇਣ ਦੇ ਲਈ ਉਹਨੂੰ ਬੰਦ ਕੀਤਾ ਜਾ ਸਕੇ, ਉਹਦੀ ਪ੍ਰੋਪਰ ਘੇਰਾਬੰਦੀ ਕੀਤੀ ਜਾ ਸਕੇ। ਪਾਮਿਲ ਜੀ, ਮੈਂ ਤੁਹਾਡੇ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਸ਼੍ਰੋਮਣੀ ਅਕਾਲੀ ਦਲ ਠੀਕ ਹੈ, 3 ਮਹੀਨਿਆਂ ਦਾ ਕਰੋਨਾ ਦੇ ਵਿੱਚ ਸਾਰਾ ਦੇਸ਼, ਸਾਰੇ ਵਿਦੇਸ਼, ਪੰਜਾਬ, ਅਸੀਂ ਸਾਰੇ ਘਿਰੇ ਹੋਏ ਹਾਂ। ਪ੍ਰਾਇਰਟੀਜ਼ ਉਹ ਬਣ ਜਾਂਦੀਆਂ ਕਿ ਹੈਲਥ 'ਚ ਅਸੀਂ ਕਿਵੇਂ ਆਪਣੇ ਲੋਕਾਂ ਨੂੰ ਇਹਦੇ ਤੋਂ ਬਚਾਉਣਾ ਹੈ। ਪਰ ਫਿਰ ਵੀ ਕਰੋਨਾ ਤੋਂ ਜਸਟ ਪਹਿਲਾਂ
ਜਿਸ ਤਰ੍ਹਾਂ ਡਿਸਟ੍ਰਿਕਟ ਲੈਵਲ ਤੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੇ ਰੈਲੀਆਂ ਸ਼ੁਰੂ ਕੀਤੀਆਂ ਸੀ, ਜਿਹੜੀ ਕਿ 7 ਮਾਰਚ ਵਾਲੀ ਲਾਸਟ ਰੈਲੀ ਮਾਨਸਾ ਜ਼ਿਲ੍ਹੇ ਦੀ ਸੀ, ਉਹ ਸਾਨੂੰ ਪੋਸਟਪੋਨ ਕਰਨੀ ਪਈ, ਕੈਂਸਲ ਕਰਨੀ ਪਈ। ਔਰ ਉਸ ਤੋਂ ਬਾਅਦ 3 ਮਹੀਨੇ ਹੋ ਗਏ। ਠੀਕ ਹੈ, ਹੁਣ ਥੋੜਾ ਜਿਹਾ ਜੇ ਪੰਜਾਬ ਦੇ ਵਿੱਚ ਮਾਹੌਲ ਸੁਖਾਵਾਂ ਹੋਇਆ ਤੇ ਅਸੀਂ ਆਪਣੀ ਡਿਊਟੀ ਸਮਝਦੇ ਹੋਏ, ਜਿਹੜੇ ਲੋਕਾਂ ਨੇ ਸਾਨੂੰ ਐਜ਼ ਏ ਵਿਰੋਧੀ ਧਿਰ ਸਾਨੂੰ ਡਿਊਟੀ ਦਿੱਤੀ ਹੈ, ਉਹ ਨਿਭਾ ਰਹੇ ਹਾਂ। ਪਰ ਇਹ ਜਿਹੜੀ ਸਰਕਾਰ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਇਹਨਾਂ ਨੇ ਕਰੋਨਾ ਦਾ ਵੱਧ ਫਾਇਦਾ ਉਠਾਇਆ, ਨਜਾਇਜ਼ ਫਾਇਦਾ ਉਠਾਇਆ। ਜਿੰਨੇ ਘੁਟਾਲੇ ਹੋਏ ਆ, ਜਿਹੜੇ ਹੁਣ ਲੇਟੈਸਟ ਹੈ, ਉਹ ਸਾਰੇ ਕਰੋਨਾ ਦੇ ਪੀਰੀਅਡ 'ਚ ਹੋਏ ਆ। ਜੇ ਐਕਸਾਈਜ਼ ਘੁਟਾਲੇ ਦੀ ਗੱਲ ਕਰਦੇ ਆ ਕਿ 5600 ਕਰੋੜ ਰੁਪਈਆ ਦਾ ਘੁਟਾਲਾ ਹੈ, ਜੋ 3 ਸਾਲਾਂ ਦਾ, ਪਰ ਸਭ ਤੋਂ ਵੱਡਾ ਘੁਟਾਲਾ ਇਸ ਸਾਲ ਦਾ, ਜਿੰਦੇ 'ਚ 1860 ਕਰੋੜ ਜਿਹੜਾ ਟੀਚਾ ਰੱਖਿਆ ਸੀ, ਐਕਸਾਈਜ਼ ਦਾ ਟਾਰਗੇਟ ਰੱਖਿਆ ਸੀ, ਉਸ ਤੋਂ ਘੱਟ ਰੈਵਨਿਊ ਇਕੱਠਾ ਹੋਇਆ। ਔਰ 1800 ਤੇ 2000 ਕਰੋੜ ਜਿਹੜੀ ਸ਼ਰਾਬ, ਜਿਹੜੀਆਂ 2 ਨੰਬਰ ਦੀ ਸ਼ਰਾਬ ਡਿਸਟਿਲਰੀਆਂ, ਜਿਹੜੀਆਂ ਕੈਪਟਨ ਸਰਕਾਰ ਦੇ ਆਪਦੇ ਐਮਐਲਏਆਂ ਦੀ ਦੇਖ ਰੇਖ ਦੇ ਥੱਲੇ ਚੱਲ ਰਹੀਆਂ ਸੀ, ਉਹ ਜਿਹੜਾ ਰਾਜਸਵ ਆਉਣਾ ਚਾਹੀਦਾ ਸੀ, ਇਨਕਮ ਸਰਕਾਰ ਨੂੰ ਆਣੀ ਚਾਹੀਦੀ ਸੀ, ਉਹ 2000 ਕਰੋੜ ਦਾ ਘੁਟਾਲਾ, 5600 ਕਰੋੜ ਦਾ ਘੁਟਾਲਾ। ਬੀਜ ਘੁਟਾਲਾ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਹੋਇਆ। ਪਰ ਅਫਸੋਸ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਦੋਨੇ ਡਿਪਾਰਟਮੈਂਟ ਹੈ, ਭਾਵੇਂ ਐਕਸਾਈਜ਼ ਦੀ ਗੱਲ ਕਰੀਏ ਤੇ ਭਾਵੇਂ ਐਗਰੀਕਲਚਰ ਦੀ ਗੱਲ ਕਰੀਏ। ਤੇ ਹੁਣ ਜਿਹੜੀ ਵੱਡੀ ਗੱਲ ਆਈ ਹੈ, ਜਿਹੜੀ ਇੱਕ ਗਰੀਬ ਨੂੰ ਬਹੁਤ ਜ਼ਿਆਦਾ ਉਸ ਚੀਜ਼ ਦਾ ਦਰਦ ਹੈ, ਉਹ ਹੈ ਨੀਲੇ ਕਾਰਡ ਕੱਟਣ ਦਾ। ਜਿਵੇਂ ਸਰਕਾਰ ਆਈ, ਵਾਅਦੇ ਬਹੁਤ ਵੱਡੇ ਵੱਡੇ ਕੀਤੇ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਸਾਡੀ ਸਰਕਾਰ ਆਊ, ਅਸੀਂ ਆਟਾ ਦਾਲ ਜਿਹੜੀ ਸਕੀਮ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਚਲਾਈ ਹੋਈ ਸੀ, ਉਹਦੇ ਨਾਲ ਅਸੀਂ ਚੀਨੀ ਵੀ ਦੇਵਾਂਗੇ ਜੀ, ਅਸੀਂ ਚਾਹ ਪੱਤੀ ਵੀ ਦੇਵਾਂਗੇ, ਅਸੀਂ ਘਿਓ ਗੁੜ ਵੀ ਦੇਵਾਂਗੇ। ਪਰ ਉਹ ਤਾਂ ਕੀ ਦੇਣਾ ਸੀ? ਹਰ ਗਰੀਬ ਦਾ ਹਰ ਹਲਕੇ 'ਚੋਂ ਤਕਰੀਬਨ 5000 ਤੋਂ 7000 ਰਾਸ਼ਨ ਕਾਰਡ ਕੱਟਿਆ ਗਿਆ। ਜਦੋਂ ਅਸੀਂ ਵੱਧ ਹਰੇਕ ਸਟੇਜ ਤੇ ਅਸੀਂ ਆਵਾਜ਼ ਉਠਾਈ, ਪਰ ਜਦੋਂ ਗੱਲ ਇਹ ਨਹੀਂ ਸਾਡੀ ਇਹਨਾਂ ਨੇ ਮੰਨੀ, ਤਾਂ ਅੰਤ ਵਿੱਚ ਸਾਡੇ ਇਕਬਾਲ ਸਿੰਘ ਝੁੰਦਾ, ਜੋ ਸਾਡੇ ਸੰਗਰੂਰ ਦੇ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਦੇ, ਅਸੀਂ 9 ਤਰੀਕ ਨੂੰ ਰਿਟ ਪਟੀਸ਼ਨ ਪਾਈ ਹੈ। ਔਰ 10 ਤਰੀਕ ਨੂੰ ਇਹਨਾਂ ਨੂੰ ਜੋ ਫਾਲੋ ਕਰ ਲਿਆ, ਫਿਰ 12 ਤਰੀਕ ਦੀ ਜਿਹੜੀ ਤਰੀਕ ਸੀ, ਉਹਦੇ ਵਿੱਚ ਇਹਨਾਂ ਦੇ ਅਸਿਸਟੈਂਟ ਐਡਵੋਕੇਟ ਜਨਰਲ ਨੇ ਮਾਫੀ ਵੀ ਮੰਗੀ ਔਰ ਗਲਤੀ ਮੰਨੀ ਕਿ ਅਸੀਂ ਜਿਹੜੇ ਵਾਕਿਆ ਹੀ ਲੱਖਾਂ ਦੀ ਤਾਦਾਦ ਦੇ ਵਿੱਚ ਸਾਡੇ ਕੋਲ ਗਲਤੀ ਢੰਗ ਨਾਲ ਅਸੀਂ ਰਾਸ਼ਨ ਕਾਰਡ ਕੱਟੇ ਗਏ ਆ, ਨੀਲੇ ਕਾਰਡ ਕੱਟੇ ਗਏ, ਜੋ ਗਰੀਬਾਂ ਦੇ ਆ, ਜੋ ਦਲਿਤਾਂ ਦੇ ਆ। ਜਦੋਂ ਤੱਕ ਵੀ ਅਸੀਂ ਉਹਨਾਂ ਦੀ ਵੈਰੀਫਿਕੇਸ਼ਨ ਕਰਦੇ ਹਾਂ, ਪਰ ਅਸੀਂ ਜਿਹੜੀ ਪੁਰਾਣੀ ਲਿਸਟ ਹੈ, ਉਹਨਾਂ ਸਾਰਿਆਂ ਨੂੰ ਰਾਸ਼ਨ ਦੇਣ ਦੇ ਵਚਨਬੰਧ ਕਰਦੇ ਆ। ਉੱਥੇ ਕਮਿਟਮੈਂਟ ਐਫੀਡੇਵਿਟ ਦੇ ਕੇ ਆਏ ਆ। ਇਹ ਮੁੱਦੇ ਕੋਈ ਛੋਟੇ ਨਹੀਂ ਗਏ, ਇਹ ਮੁੱਦੇ ਸਾਡੀ ਜੋ ਜ਼ਿੰਮੇਵਾਰੀ ਆ, ਅਸੀਂ ਉਹ ਹਟਾ ਰਹੇ ਹਾਂ। ਉਹਦੇ ਨਾਲ ਨਾਲ ਜਿਹੜਾ ਭਾਵੇਂ ਬੀਜ ਘੁਟਾਲੇ ਦੀ ਗੱਲ ਕਰੀਏ, ਐਕਸਾਈਜ਼ ਦੀ ਗੱਲ ਕਰੀਏ, ਠੀਕ ਹੈ। ਨਹੀਂ, ਮੈਂ ਇਹ ਕਹਿ ਹੀ ਨਹੀਂ ਰਿਹਾ ਮੁੱਦੇ ਛੋਟੇ ਹੈਗੇ ਰਜਿੰਦਰ ਜੀ, ਮੈਂ ਇਹੀ ਗੱਲ ਕਹੀ ਸੀਗੀ ਕਿ ਮੁੱਦੇ ਵੱਡੇ ਹੈਗੇ ਆ। ਅਕਾਲੀ ਦਲ ਦਰਅਸਲ ਜਿਹੜੀ ਆਪੋਜੀਸ਼ਨ ਦੀ ਭੂਮਿਕਾ ਹੈਗੀ, ਉਹ ਨਹੀਂ ਸਹੀ ਤਰ੍ਹਾਂ ਦੇ ਨਾਲ ਨਿਭਾ ਪਾ ਰਿਹਾ। ਸਰਕਾਰ ਦੀ ਘੇਰਾਬੰਦੀ ਜਾਂ ਸਰਕਾਰ ਦੇ ਅਗੇਂਸਟ ਉਸ ਤਰ੍ਹਾਂ ਦੀ ਮੂਵਮੈਂਟ ਖੜੀ ਨਹੀਂ ਕਰ ਪਾ ਰਿਹਾ। ਮੇਰਾ ਸਵਾਲ ਇਹ ਸੀਗਾ, ਸਵਾਲ ਇਹ ਨਹੀਂ ਸੀ ਵੀ ਮੁੱਦੇ ਛੋਟੇ, ਮੁੱਦੇ ਵੱਡੇ ਹੈਗੇ ਨੇ। ਇਸੇ ਲਈ ਤਾਂ ਸਵਾਲ ਹੈਗਾ ਵੀ ਕਿਉਂ ਨਹੀਂ ਕਰ ਪਾ ਰਹੇ। ਮੈਂ ਇੱਕ ਵਾਰੀ ਰਿਐਕਸ਼ਨ ਲੈ ਲਈਏ। ਮੈਂ ਉਸੇ ਇਹ ਕਰੋਨਾ ਦਾ ਟਾਈਮ ਚੱਲ ਰਿਹਾ, ਉਹਦੇ ਚ ਸਾਰੀ ਚੀਜ਼ ਕਰਨੀ ਪੈਂਦੀ ਹੈ। ਠੀਕ ਹੈ, ਸੈਂਟਰ ਵੱਲੋਂ ਹਦਾਇਤਾਂ, ਜੋ ਪੰਜਾਬ ਸਰਕਾਰ ਵੱਲੋਂ ਹਦਾਇਤਾਂ, ਉਹਨਾਂ ਦੇ ਵਿੱਚ ਰਹਿ ਕੇ ਹੀ ਜਿਸ ਤਰ੍ਹਾਂ ਦਾ ਪ੍ਰੋਟੈਸਟ ਹੋ ਸਕਦਾ, ਉਹ ਅਸੀਂ ਕਰ ਰਹੇ ਹਾਂ। ਠੀਕ ਹੈ। ਜਸਵਿੰਦਰ ਸੀਖਾਵਾਲਾ ਸਾਹਿਬ, ਕਰੋਨਾ ਦਾ ਹੀ ਫਾਇਦਾ ਲੈ ਰਹੀ ਹੈ ਸਰਕਾਰ, ਕਿਉਂਕਿ ਜੇ ਵਿਰੋਧੀ ਵਿਰੋਧ ਨਹੀਂ ਉਸ ਤਰ੍ਹਾਂ ਦੇ ਨਾਲ ਕਰ ਪਾ ਰਹੇ, ਸੜਕਾਂ ਦੇ ਉੱਤੇ ਰੋਸ ਮੁਜ਼ਾਹਰੇ ਨਹੀਂ ਹੋ ਪਾ ਰਹੇ, ਪੁਤਲੇ ਸਰਕਾਰ ਦੇ ਨਹੀਂ ਫੂਕੇ, ਜਿਹੜਾ ਰਿਵਾਇਤੀ ਤਰੀਕਾ ਹੁੰਦਾ ਪ੍ਰੋਟੈਸਟ ਕਰਨ ਦਾ, ਸਰਕਾਰ ਵੀ ਇਸ ਦੀ ਆੜ ਦੇ ਵਿੱਚ ਬੈਠੀ ਹੋਈ ਹੈ ਕਿ ਕਰੋਨਾ ਹੈਗਾ, ਉਸ ਤਰ੍ਹਾਂ ਦੇ ਨਾਲ ਸਾਡੇ ਖਿਲਾਫ ਕੋਈ ਮਾਹੌਲ ਸ਼ਾਇਦ ਬਣ ਨਾ ਪਵੇ। ਵਰਚੁਅਲ ਪ੍ਰੋਟੈਸਟ ਜਿਹੜੇ ਉਹ ਕਿਸੇ ਕੰਮ ਉਸ ਤਰ੍ਹਾਂ ਦੇ ਨਾਲ ਆ ਨਹੀਂ ਪਾਉਂਦੇ, ਉਸ ਤਰ੍ਹਾਂ ਦਾ ਟ੍ਰੈਂਡ ਹੈ ਨਹੀਂ ਪੰਜਾਬ ਦੇ ਵਿੱਚ। ਐਸਕੇਪ ਰੂਟ ਲੱਭ ਗਿਆ ਸਰਕਾਰ ਨੂੰ। ਨਹੀਂ, ਇਹ ਬਿਲਕੁਲ ਜਿਹੜੀ ਆਪੋਜੀਸ਼ਨ ਆ ਜੀ ਸਾਡੀ, ਬਿਲਕੁਲ ਮੁੱਦਾਹੀਨ ਹੋ ਚੁੱਕੀ ਹੈ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਬਣੀ ਹੈ। ਔਰ ਜਿਸ ਢੰਗ ਦੇ ਨਾਲ, ਪਾਰਦਰਸ਼ੀ ਢੰਗ ਦੇ ਨਾਲ, ਲੋਕਤਾਂਤਰਿਕ ਢੰਗ ਦੇ ਨਾਲ ਕੈਪਟਨ ਸਾਹਿਬ ਹੋਰਾਂ ਨੇ ਸਰਕਾਰ ਚਲਾਈ ਹੈ। ਔਰ ਜੇ ਕਦੇ ਵੀ ਸਰਕਾਰ ਤੇ ਕਿਸੇ ਕਿਸਮ ਦਾ ਕੋਈ ਇਲਜ਼ਾਮ ਲੱਗਿਆ ਤੇ ਉਹਦੀ ਨਿਰਪੱਖ ਜਾਂਚ ਕਰਾਈ ਹੈ, ਚਾਹੇ ਕਿਸੇ ਮਿਨਿਸਟਰ ਤੇ ਕੋਈ ਦੋਸ਼ ਲੱਗਿਆ, ਚਾਹੇ ਉਹਨਾਂ ਨੂੰ ਕੋਈ ਸਜ਼ਾ ਦੇਣੀ ਪਈ, ਜਾਂ ਸਾਡੇ ਕਿਸੇ ਆਫੀਸਰ ਸਾਹਿਬਾਨ ਤੇ ਕੋਈ ਦੋਸ਼ ਲੱਗਿਆ, ਉਹਨਾਂ ਨੂੰ ਸਜ਼ਾ ਦੇਣੀ ਪਈ, ਉਹ ਕੈਪਟਨ ਸਾਹਿਬ ਹੋਰਾਂ ਨੇ ਆਪਣੇ ਵੀ ਕਿਸੇ ਬੰਦੇ ਨੂੰ ਬਖਸ਼ਿਆ ਨਹੀਂ। ਇਸ ਕਰਕੇ ਜਿਹੜੀ ਸਰਕਾਰ ਦੀ ਲੋਕਪ੍ਰਿਯਤਾ, ਉਹਦੇ ਤੋਂ ਜਲਨ ਹੋ ਰਹੀ ਆਪੋਜੀਸ਼ਨ ਨੂੰ। ਉਹਦੇ ਕਰਕੇ ਫਿਰ ਆਪੋਜੀਸ਼ਨ ਦਾ ਵੈਸੇ ਧਰਮ ਹੁੰਦਾ ਕਿ ਉਹਨਾਂ ਨੇ ਕੋਈ ਨਾ ਕੋਈ ਮੁੱਦਾ ਲੱਭ ਕੇ ਇਲਜ਼ਾਮ ਲਾਉਣੇ ਹੁੰਦੇ ਆ। ਸੋ ਉਹੀ ਇਲਜ਼ਾਮ ਇਹ ਲਾ ਰਹੇ ਆ। ਕਰੋਨਾ ਦੀ ਜੇ ਆਪਾਂ ਗੱਲ ਕਰੀਏ, ਇਹਦੇ ਦੌਰਾਨ ਤੁਸੀਂ ਲਫ਼ਜ਼ ਵਰਤਿਆ ਸੀ ਲੋਕਡਾਊਨ ਨਹੀਂ, ਕੈਪਟਨ ਸਾਹਿਬ ਹੋਰਾਂ ਨੇ ਆਪਣੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਕਰਫਿਊ ਇੰਪੋਜ਼ ਕੀਤਾ, ਔਰ ਪੂਰੀ ਦੁਨੀਆ ਨੇ ਉਸ ਤੋਂ ਬਾਅਦ ਸਾਨੂੰ ਫੋਲੋ ਕੀਤਾ। ਔਰ ਮੋਦੀ ਸਾਹਿਬ ਹੋਰਾਂ ਨੇ ਆਪਣੀ ਡਿਸਕਸ਼ਨ ਦੇ ਵਿੱਚ, ਪਰਸੋਂ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ, ਨਹੀਂ ਸਵਾਲ ਉਹ ਨਹੀਂ ਹੈਗਾ ਸੀ, ਔਰ ਉਹਨਾਂ ਨੇ ਤਾਰੀਫ ਕੀਤੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਐਡਮਿਨਿਸਟ੍ਰੇਸ਼ਨ ਦੀ। ਸੋ ਇਹ ਸਿਰਫ ਤੇ ਸਿਰਫ ਜਿਹੜੀ
ਮੁੱਦਾਹੀਨ ਹੋ ਚੁੱਕੀ ਵਿਰੋਧੀ ਧਿਰ ਸਾਡੀ, ਉਹਨਾਂ ਵੱਲ ਨਹੀਂ ਮੁੱਦੇ ਬਹੁਤ ਸਾਰੇ ਨੇ, ਉਹ 12 ਨੁਕਾਤੀ ਬਣਾ ਕੇ ਏਜੰਡਾ ਉਹ ਦੇ ਰਹੇ ਨੇ। ਮੁੱਦੇ ਬਹੁਤ ਸਾਰੇ ਹੈਗੇ ਨੇ। ਸਵਾਲ ਇਹ ਹੈਗਾ ਕਿ ਇਨਕੁਆਇਰੀ ਹੋ ਨਹੀਂ ਪਾ ਰਹੀ ਢੰਗ ਦੇ ਨਾਲ ਕਿਸੇ ਨਾਲ। ਮੁੱਦੇ ਤੇ ਉਹ ਲਈ ਫਿਰਦੇ ਨੇ ਆਪੋਜੀਸ਼ਨ ਬਹੁਤ ਸਾਰੇ। ਹੁਣ ਸਵਾਲ ਇਹ ਹੈਗਾ ਵੀ ਇਨਕੁਆਇਰੀ ਤੋਂ ਸਰਕਾਰ ਵੀ ਪੱਲਾ ਝੜ ਰਹੀ ਹੈ। ਪ੍ਰੋਫੈਸਰ ਸਾਹਿਬ ਜਿਹੜੀ ਉਹ ਗੱਲ ਕਰ ਰਹੇ ਕਿ ਮੁੱਦੇ ਤੇ ਬਹੁਤ ਸਾਰੇ ਹੈਗੇ ਨੇ, ਇਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਆਪੋਜੀਸ਼ਨ ਦੀ ਕ੍ਰੈਡੀਬਿਲਿਟੀ ਉਨੀ ਨਹੀਂ ਬਣ ਪਾ ਰਹੀ ਜਿਹੜੇ ਉਹ ਮੁੱਦਿਆਂ ਨੂੰ ਮੂਵਮੈਂਟ 'ਚ ਤਬਦੀਲੀ ਕਰ ਪਾ ਰਹੇ ਸੀ, ਜਾਂ ਸਰਕਾਰ ਨੂੰ ਲੱਗਦਾ ਮੁੱਦੇ ਹੀ ਨਹੀਂ ਹੈਗੇ ਜੇ ਉਹ ਇਸ ਤਰ੍ਹਾਂ ਦੇ ਨਾਲ ਸੋਚ ਕੇ ਚੱਲ ਰਹੇ ਸਰਕਾਰ ਦੇ ਨੁਮਾਇੰਦੇ? ਦੇਖੋ, ਜਦੋਂ ਇਹ ਬੀਜੇਪੀ ਦੇ ਨਾਲ ਇਹ ਰਲ ਕੇ ਮੁਜ਼ਾਹਰੇ ਕਰ ਰਹੇ ਆ, ਪਹਿਲਾਂ ਬੀਜੇਪੀ ਆਪਣਾ ਦਾਮਨ ਸਾਫ਼ ਪਾਕ ਦਾਮਨ ਦਿਖਾਏ ਨਾ। ਜਦੋਂ ਇਹ ਕਰੋਨਾ ਦਾ ਚੱਲ ਰਿਹਾ ਤੇ ਜਿਹੜੇ ਕਰੋਨਾ ਦੇ ਉੱਥੇ ਦੇ ਡਾਇਰੈਕਟਰ ਹੈਲਥ ਆ ਹਿਮਾਚਲ ਪ੍ਰਦੇਸ਼ ਦੇ, ਉਹਨਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ। ਇੱਕ ਪਾਸੇ ਆ ਬੀਜੇਪੀ ਦਾ ਰਿਜ਼ਾਈਨ ਕਰ ਗਿਆ ਜਿਹੜਾ ਉੱਥੋਂ ਦਾ ਸਟੇਟ ਦਾ ਸੈਕਟਰੀ ਆ ਜਾਂ ਪ੍ਰਧਾਨ ਆ, ਜੋ ਵੀ ਹੈਡ ਕਰ ਰਿਹਾ। ਇਹ ਬੜੀ ਵੱਡੀਆਂ ਗੱਲਾਂ ਆ। ਇਸੇ ਤਰੀਕੇ ਨਾਲ ਜਿਹੜਾ ਦਾਰੂ ਦਾ ਆਇਆ ਹੈ, ਉਹ ਹਰਿਆਣੇ ਚੋਂ ਦਾਰੂ ਗੁਜਰਾਤ ਨੂੰ ਜਾਰੀ ਫੜੀ ਗਈ ਹੈ। ਮਤਲਬ ਮੈਂ ਕਹਿੰਦਾ ਇਹਦੇ ਚ ਨਾ ਇਹ ਸਮੁੱਚਾ ਆਵਾ ਊਤ ਗਿਆ ਆ। ਕੱਲਾ ਪਾਰਟੀਆਂ ਦਾ ਮਾਮਲਾ ਨਹੀਂ, ਜਿਹੜਾ ਵੀ ਸੱਤਾ ਚਾਹੁੰਦਾ, ਜਿਹਦਾ ਜਿੱਥੇ ਦਾ ਲੱਗਦਾ ਠੋਕੀ ਤੁਰਿਆ ਜਾਂਦਾ। ਬਾਕੀ ਐਵੇਂ ਬਹਾਨੇ ਆ ਕਿ ਅਸੀਂ ਲੋਕਾਂ ਲਈ ਆ, ਸਾਡੇ ਲੋਕਾਂ ਲਈ ਦਿਲ ਰੋਂਦੇ ਆ, ਅਥਰੂ ਕਰ ਰਹੇ ਆ। ਇਹ ਸਾਰਾ ਇੱਕ ਕਿਸਮ ਦਾ ਮੈਨੂੰ ਐਵੇਂ ਲੱਗਦਾ ਕਿ ਜ਼ਿਆਦਾਤਰ ਲੋਕਾਂ ਦਾ ਇੱਕ ਰਾਜਨੀਤਿਕ ਤੌਰ ਤੇ ਦਿਖਾਵਾ ਬਣ ਕੇ ਰਹਿ ਗਿਆ। ਇਸ ਗੱਲ ਤੋਂ ਜੇ ਹਟ ਕੇ ਅਸੀਂ ਦੇਖੀਏ ਤਾਂ 10 ਸਾਲ ਦੀਪਾ ਜੀ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਰਿਹਾ। ਘਟਾਲੇ ਇਸੇ ਤਰ੍ਹਾਂ ਹੀ ਚੱਲ ਰਹੇ ਸੀ, ਭਾਵੇਂ ਰੇਤਾ ਦਾ ਸੀਗਾ, ਭਾਵੇਂ ਦਾਰੂ ਦਾ ਸੀਗਾ। ਉਦੋਂ ਵੀ ਵੱਡੇ ਪੱਧਰ ਤੇ ਦਾਰੂ ਇਸੇ ਤਰੀਕੇ ਨਾਲ ਇੱਧਰ ਉੱਧਰ ਹੋ ਰਹੀ ਸੀਗੀ। ਇਸੇ ਜਿਹੜੀ ਹੁਣ ਹੋ ਰਹੀ ਹੈ ਨਾ, ਦਾਰੂ ਵਿਕ ਰਹੀ ਹੈ, 2 ਨੰਬਰੀ ਦਾਰੂ ਐਕਸਾਈਜ਼ ਤੋਂ ਬਿਨਾਂ ਕੱਢ ਕੇ ਫੈਕਟਰੀਆਂ ਚੋਂ ਵਿਕ ਰਹੀ ਹੈ। ਐਸੇ ਕਿਸਮ ਦਾ ਮਾਫੀਆ ਉਦੋਂ ਵੀ ਸੀਗਾ। ਤੁਹਾਨੂੰ ਇਹ ਚਾਹੀਦਾ ਸੀ ਕਿ ਤੁਸੀਂ ਸੱਚੀ ਮੁੱਚੀ ਪ੍ਰਣਾਏ ਹੋਏ ਆ ਪੰਜਾਬ ਨੂੰ, ਤੇ ਉਹਦੀ ਕਾਰਪੋਰੇਸ਼ਨ ਬਣਾ ਕੇ ਸਟੇਟ ਆਪਣੇ ਹੱਥ 'ਚ ਦਾਰੂ ਲੈਂਦੀ, ਦੁੱਗਣੀ ਤਿੱਗਣੀ ਤੁਹਾਨੂੰ ਪੈਸੇ ਬਚਣੇ ਸੀਗੇ। ਅੱਜ ਤੁਸੀਂ ਰੌਲਾ ਪਾ ਰਹੇ ਆ ਕਿ ਇਹ ਜੀ ਸਰਕਾਰ ਲੈ ਲੇ। ਹੁਣ ਤੁਸੀਂ ਕਹਿੰਦੇ ਆ ਰੇਤਾ ਬਜਰੀ ਦੀ ਸਰਕਾਰ ਲੈ ਲੇ। ਜਾਣੀ ਦੋਵੇਂ ਧਿਰਾਂ ਹੀ ਇਹਨਾਂ ਗੱਲਾਂ ਚੋਂ ਫਾਇਦੇ ਉਠਾਉਂਦੀਆਂ ਤੇ ਬਾਅਦ ਵਿੱਚ ਇਸ ਤਰੀਕੇ ਦਾ ਲੋਕਾਂ ਦਾ ਕਿ ਦੇਖੋ ਹੋਲੀਅਰ ਦੈਨ ਦੋ। ਜਦੋਂ ਤੁਸੀਂ ਵਿਰੋਧੀ ਚਲੇ ਜਾਂਦੇ ਆ, ਫਿਰ ਤੁਸੀਂ ਦੂਜਿਆਂ ਤੇ ਉਹ ਪਲਟਵਾਰ ਕਰਦੇ ਆ। ਜਦੋਂ ਹੁਣ ਇਹ ਕਾਂਗਰਸ ਬਾਹਰ ਆ ਜੂਗੀ, ਫਿਰ ਇਹੋ ਗੱਲਾਂ ਕਾਂਗਰਸ ਕਰਨ ਲੱਗ ਜੂਗੀ। ਅਸਲ 'ਚ ਲੋਕਾਂ 'ਚ ਜੇ ਛਵੀ ਜੈਨੂਅਨਲੀ ਬਣਾਉਣੀ ਹੈਗੀ ਆ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਆਪ ਇਮਾਨਦਾਰ ਹੋ, ਆਪਣੇ ਮੁੱਦੇ ਉਠਾਉਣ ਵਾਲੇ ਬੰਦੇ। ਜੇ ਤੁਹਾਡੀ ਛਵੀ ਇਮਾਨਦਾਰੀ ਵਾਲੀ ਹੈ ਤੇ ਮੁੱਦਾ ਇੱਕ ਵੀ ਉਠਾ ਲੋਗੇ ਤੇ ਲੋਕ ਤੁਹਾਨੂੰ ਫਾਲੋ ਵੀ ਕਰਨਗੇ, ਤੁਹਾਡੇ ਤੇ ਭਰੋਸਾ ਕਰਨਗੇ, ਤੁਹਾਡੇ ਤੋਂ ਕੁਛ ਨਾ ਕੁਛ ਪਾ ਵੀ ਲੈਣਗੇ। ਪਰ ਮੈਨੂੰ ਲੱਗਦਾ ਜਿਹੜੇ ਐਫਰਟ ਹੈ ਚ ਰਾਜਨੀਤੀ ਜ਼ਿਆਦਾ, ਇਮਾਨਦਾਰੀ ਘੱਟ ਹੈਗੀ ਆ। ਇਮਾਨਦਾਰੀ ਘੱਟ ਹੈ। ਠੀਕ ਹੈ ਦੀਪਾ ਸਾਹਿਬ। ਪਾਮਿਲ ਜੀ, ਪ੍ਰੈਸ ਸਾਹਿਬ ਨੇ ਇੱਕ ਦੋ ਗੱਲਾਂ ਕੀਤੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ 10 ਸਾਲ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਐਲੀਗੇਸ਼ਨ ਤੇ ਘੁਟਾਲੇ ਹੁੰਦੇ ਰਹੇ ਆ। ਐਲੀਗੇਸ਼ਨ ਜ਼ਰੂਰ ਲੱਗੇ ਆ, ਔਰ ਇਹ ਵੀ ਮੈਂ ਮੰਨਦਾ ਕਿ ਰਾਜਨੀਤਿਕ ਲੋਕਾਂ ਤੇ ਰਾਜਨੀਤਿਕ ਪਾਰਟੀਆਂ ਤੇ ਐਲੀਗੇਸ਼ਨ ਵੀ ਨਹੀਂ ਲੱਗਣੇ ਚਾਹੀਦੇ। ਇੰਨਾ ਸਾਫ਼ ਸੁਥਰ ਛਵੀ ਹੋਣੀ ਚਾਹੀਦੀ ਹੈ ਰਾਜਨੀਤਿਕ ਲੋਕਾਂ ਦੀ, ਲੀਡਰਾਂ ਦੀ, ਕਿ ਉਹਨਾਂ ਦੇ ਐਲੀਗੇਸ਼ਨ ਵੀ ਨਾ ਲੱਗਣ। ਕਈ ਵਾਰੀ ਪਰਸੈਪਸ਼ਨ ਬਣ ਜਾਂਦੀ ਹੈ, ਪਰ ਐਲੀਗੇਸ਼ਨ ਪ੍ਰੂਵ ਹੁੰਦੇ ਆ ਨਹੀਂ ਹੁੰਦੇ, ਪਰ ਉਹ ਜਿਹੜੀ ਪਰਸੈਪਸ਼ਨ ਬਣ ਜਾਂਦੀ ਉਹ ਐਲੀਗੇਸ਼ਨ ਲੱਗੇ ਹੁੰਦੇ ਆ, ਉਹਨਾਂ ਕਰਕੇ ਹੀ ਪਾਰਟੀਆਂ ਦਾ ਨੁਕਸਾਨ ਹੋ ਜਾਂਦਾ ਹੈ। 10 ਸਾਲ ਹੋ ਗਏ, ਹੁਣ 3.5 ਸਾਲ ਇਸ ਸਰਕਾਰ ਨੂੰ ਹੋ ਗਏ। ਕਿਹੜਾ ਐਲੀਗੇਸ਼ਨ ਇਹਨਾਂ ਨੇ ਪ੍ਰੂਵ ਕੀਤਾ? ਇਹਨਾਂ ਨੂੰ ਕਰਨਾ ਚਾਹੀਦਾ। ਇਹ ਕਹਿ ਸਕਦੇ ਜੀ ਰਲੇ ਹੋਏ ਆ, ਹੋਰ ਹੋਏ ਆ। ਇਹ 1.5 ਸਾਲ ਰਹਿ ਗਿਆ ਇਸ ਪਾਰਟੀ ਦਾ। ਇਹਨਾਂ ਨੂੰ ਜੋ ਐਲੀਗੇਸ਼ਨ ਲਾ ਕੇ ਇਹ ਸਰਕਾਰ ਦੇ ਵਿੱਚ ਆਏ ਸੀ, ਇਹਨਾਂ ਨੂੰ ਐਲੀਗੇਸ਼ਨ ਪ੍ਰੂਵ ਕਰਨੇ ਚਾਹੀਦੇ ਆ। ਇੱਕ ਮੈਂ ਤੱਥ ਦੇ ਆਧਾਰ ਤੇ ਪ੍ਰੈਸ ਸਾਹਿਬ ਨੂੰ ਕਹਿਣਾ, ਆਪਾਂ ਫਿਰ ਵੀ ਡਿਬੇਟਾਂ 'ਚ ਮਿਲਣਾ। ਮੈਂ ਜੇ ਗਲਤ ਹੋਵਾਂ ਤੇ ਮੈਨੂੰ ਠੀਕ ਕਰਿਆ ਜੇ। ਮੇਰੇ ਕੋਲ ਜੋ ਡਾਟਾ ਹੈ ਕਿ 10 ਸਾਲ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ, 2007 ਤੋਂ 2017 ਦੇ ਵਿੱਚ ਜਿਹੜੀ ਐਕਸਾਈਜ਼ ਦਾ ਰੈਵਨਿਊ ਸੀ, ਜਿਹੜੀ ਉਹਦੀ ਇਨਕਰੀਜ਼ ਸੀ, 12.8% ਇਨਕਰੀਜ਼ ਸੀ ਹਰ ਸਾਲ। ਕਿਧਰੇ 12 ਵੀ ਸੀ, ਕਿਧਰੇ 15 ਵੀ ਸੀ, ਕਿਧਰੇ 16 ਵੀ ਸੀ, ਕਿਧਰੇ 11 ਵੀ ਸੀ। ਐਵਰੇਜ 12.8% ਹੈ। ਜਿਹੜੀ ਆਪਾਂ ਕਹਿੰਦੇ ਕਿ ਕਾਰਪੋਰੇਸ਼ਨ ਬਣ ਜੇ, ਚੰਗੀ ਗੱਲ ਹੈ ਕਾਰਪੋਰੇਸ਼ਨ ਬਣ ਜੇ। ਕਾਰਪੋਰੇਸ਼ਨ 'ਚ ਵੀ ਜਿਹੜੀਆਂ ਤਾਮਿਲਨਾਡੂ ਦੀ ਗੱਲ ਕਰਦੇ ਆ, ਤੇਲੰਗਾਨਾ ਦੀ ਗੱਲ ਕਰਦੇ ਆ, ਉਹ ਵੀ 15% ਦੀ ਐਵਰੇਜ ਦੀ ਇਨਕਰੀਜ਼ ਹਰ ਸਾਲ ਵੇਖਦੇ ਆ, 12 ਤੋਂ 15% ਦੀ। ਉਹ ਵੀ ਕਰ ਲੈਣਾ ਚਾਹੀਦਾ। ਪਰ ਜੇ 12 ਦੀਪਾ ਸਾਹਿਬ ਜੀ, ਪ੍ਰੋਫੈਸਰ ਸਾਹਿਬ ਨੇ ਦੀਪਾ ਜੀ ਕਿ ਆਪਦੇ ਅਖਬਾਰ 'ਚ ਲਿਖਿਆ, ਮੈਂ ਉਹਦੀ ਗੱਲ ਕਰ ਰਿਹਾ, ਮੈਂ ਆਪ ਦੀ ਗੱਲ ਨਹੀਂ ਕਰ ਰਿਹਾ। ਜੇ 12.8% ਉਹ ਸਰਕਾਰ 10 ਸਾਲ ਦਿੰਦੀ ਰਹੀ ਹੈ, ਤੇ ਫਿਰ ਤੁਸੀਂ ਆਪਾਂ ਘੁਟਾਲੇ ਦੀ ਗੱਲ ਕਰੀਏ, ਐਲੀਗੇਸ਼ਨ ਦੀ ਗੱਲ ਕਰੀਏ, ਫਿਰ ਉਹ ਬਹੁਤਾ ਚੰਗਾ ਨਹੀਂ ਲੱਗਦਾ। ਇੱਕ ਤਾਂ ਤੁਸੀਂ ਪ੍ਰੋਫੈਸਰ ਸਾਹਿਬ ਨੇ ਇੱਕ ਹੋਰ ਗੱਲ ਕਹੀ ਸੀਗੀ। ਪ੍ਰੋਫੈਸਰ ਸਾਹਿਬ ਨੇ ਇਹ ਵੀ ਗੱਲ ਕਹੀ ਸੀ ਘੁਟਾਲੇ ਕਿ ਇਹ ਐਲੀਗੇਸ਼ਨ ਤੁਹਾਡੀ ਸਰਕਾਰ ਦੇ ਉੱਤੇ ਵੀ ਹੈਗੇ ਸੀਗੇ, ਜਿਹਦੇ ਜਵਾਬ ਦੇ ਵਿੱਚ ਤੁਸੀਂ ਇਹ ਦੱਸ ਰਹੇ ਹੋ ਵੀ ਰੈਵਨਿਊ ਕਿੰਨਾ ਵਧਿਆ ਸੀਗਾ। ਇਹ ਨਹੀਂ ਦੱਸ ਰਹੇ ਕਿ ਵਾਕਿਆ ਹੀ ਉਦੋਂ ਸੈਂਡ ਮਾਫੀਆ ਦੇ ਅਗੇਂਸਟ
ਲੀਕਰ ਮਾਫੀਆ ਦੇ ਅਗੇਂਸਟ ਸਰਕਾਰ ਨੇ ਖੁਦ ਕੋਈ ਇਨਕੁਆਇਰੀ ਕਰਵਾਈ ਸੀ ਜਾਂ ਨਹੀਂ ਕਰਵਾਈ ਸੀਗੀ? ਦੇਖੋ, ਜੇ ਕੋਈ ਉੱਥੇ ਘਟਾਲਾ ਹੁੰਦਾ ਸਾਡੇ ਤੇ, ਉਦੋਂ ਕੋਈ ਐਲੀਗੇਸ਼ਨ ਐਸਾ ਲੱਗਿਆ ਹੁੰਦਾ, ਕੋਈ ਸਾਡੀਆਂ ਵਿਰੋਧੀ ਧਿਰਾਂ ਨੇ ਉਹ ਜਿਹਾ ਕੋਈ ਮੰਗਿਆ ਹੁੰਦਾ, ਅਸੀਂ ਇਨਕੁਆਇਰੀ ਕਰਾਂਦੇ। ਪਰ ਅੱਜ ਇਹ ਸਾਡੀ ਵਿਰੋਧੀ ਧਿਰ ਹੈ, ਕਾਂਗਰਸ ਪਾਰਟੀ ਦੀ ਸਰਕਾਰ ਹੈ, ਜੋ ਕਿ ਤਿੰਨ ਪਾਰਟੀਆਂ ਪੰਜਾਬ ਦੇ ਵਿੱਚ, ਇੱਕ ਮਿੰਟ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਹੈ ਤੇ ਅਕਾਲੀ ਦਲ ਬੀਜੇਪੀ ਹੈ। ਸਾਡੇ ਤੇ ਐਲੀਗੇਸ਼ਨ ਹੈ, ਸਭ ਤੋਂ ਵੱਡਾ ਐਲੀਗੇਸ਼ਨ ਜਿਹੜਾ ਲਾਇਆ ਸੀ, ਔਰ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ, ਅਰਵਿੰਦ ਕੇਜਰੀਵਾਲ ਨੇ ਲਾਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀ, ਇਹਨਾਂ ਦੇ ਪਰਿਵਾਰ ਦੇ ਮੈਂਬਰ ਇਹ ਨਸ਼ਿਆਂ ਦੇ ਵਿੱਚ ਲਿਪਤ ਹੈ, ਇਹ ਨਸ਼ਿਆਂ ਦਾ ਵਪਾਰ ਕਰਦੇ ਆ। ਕੀ ਹੋਇਆ? ਜਦੋਂ ਡੈਫੇਮੇਸ਼ਨ ਕੇਸ ਪਿਆ, ਹੱਥ ਜੋੜ ਕੇ ਮਾਫੀ ਮੰਗੀ ਔਰ ਇਹ ਕਿਹਾ ਕਿ ਮੇਰੇ ਐਲੀਗੇਸ਼ਨ ਗਲਤ ਸੀ, ਮੈਂ ਸਾਰਿਆਂ ਨੂੰ ਵਾਪਸ ਲੈਣਾ। ਇਹ ਤਾਂ ਗੱਲ ਰਹੀ ਆਮ ਆਦਮੀ ਪਾਰਟੀ ਦੀ। ਤੇ ਕਾਂਗਰਸ ਦੀ ਅੱਜ ਸਰਕਾਰ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ, ਕਾਂਗਰਸ ਦੇ ਜਿਹੜੇ ਬੁਲਾਰੇ ਇਹਨਾਂ ਨੂੰ ਚਾਹੀਦਾ, ਪੂਰੀ ਕੋਸ਼ਿਸ਼ ਕਰ ਲੈਣ। 1.5 ਸਾਲ ਹਜੇ ਹੈ, 1.5 ਸਾਲ ਹੈ। ਕੋਈ ਸਾਡੇ ਕਿਸੇ ਲੀਡਰ ਦੀ ਗੱਲ ਛੱਡੋ, ਕਿਸੇ ਵਰਕਰ ਤੇ ਵੀ ਕੋਈ ਐਲੀਗੇਸ਼ਨ ਪ੍ਰੂਵ ਹੁੰਦਾ ਤਾਂ ਮੈਂ ਸਮਝਦਾ ਉਹ ਖੁੱਲਾ ਸਾਡਾ ਓਪਨ ਕਰਨਾ ਚਾਹੀਦਾ ਹੈ। ਜੇ 1.5 ਸਾਲ ਬਾਅਦ ਫਿਰ ਇਹ ਗੱਲਾਂ ਕਰਨਗੇ ਆ ਕੇ ਅਗਲੇ ਇਲੈਕਸ਼ਨ 'ਚ, ਮੈਂ ਸਮਝਦਾ ਲੋਕਾਂ ਨੇ ਸੁਣਨਾ ਨਹੀਂ। ਜਸਵਿੰਦਰ ਜੀ ਕੁਝ ਕਹਿ ਰਹੇ ਨੇ, ਠੀਕ ਹੈ। ਇਲੀਗਲ ਲੀਡਰਾਂ ਤੇ ਲੱਗਣੇ ਨਹੀਂ ਚਾਹੀਦੇ, ਐਲੀਗੇਸ਼ਨਾਂ ਤੋਂ ਵੀ ਲੀਡਰਾਂ ਨੂੰ ਬਚਣਾ ਚਾਹੀਦਾ। ਜੇ ਸਾਡੇ ਵੇਲੇ ਵੀ ਸਾਡੇ ਲੀਡਰ ਨਹੀਂ, ਸਵਾਲ ਇਹ ਗੱਲ ਇਹ ਹੈਗੀ ਹੈ ਨਾ ਦੀਪਾ ਜੀ, ਸਰਕਾਰ ਕੋਈ ਵੀ ਗੱਲ ਇਹ ਹੈਗੀ ਦੀਪਾ ਜੀ, ਸਰਕਾਰ ਕੋਈ ਵੀ ਹੋਵੇ, ਇਨਕੁਆਇਰੀ ਕੋਈ ਵੀ ਨਹੀਂ ਕਰਾਉਣਾ ਚਾਹੁੰਦੀ। ਮੈਂ ਇਸ ਲਈ ਕਿਹਾ ਸੀਗਾ ਕਿ ਮੁੱਦੇ ਜ਼ਿੰਦਾ ਰੱਖ ਲੈਂਦੇ ਆ ਜਦੋਂ ਕੋਈ ਮਡ ਸਲਿਕਿੰਗ ਲਈ, ਬੇਸਿਕਲੀ ਇਹ ਉਹਦੇ ਲਈ ਹੈ ਵੀ ਜੇ ਤੁਸੀਂ ਸਾਡੇ ਤੇ ਚਿੱਕੜ ਸੁੱਟੋਗੇ, ਅਸੀਂ ਬਦਲੇ 'ਚ ਕੁਝ ਮੁੱਦੇ ਸੰਭਾਲ ਕੇ ਰੱਖੇ ਹੋਏ, ਅਸੀਂ ਬਦਲੇ 'ਚ ਤੁਹਾਡੇ ਤੇ ਚਿੱਕੜ ਸੁੱਟ ਦਾਂਗੇ। ਜਾਂਚ ਦੇ ਨਾਮ ਤੇ ਰੌਲਾ ਜ਼ਰੂਰ ਪੈਂਦਾ, ਇਹ ਠੀਕ ਹੈ, ਇਹ ਹੈ, ਇਸ ਤਰ੍ਹਾਂ ਦੀ ਚੀਜ਼ਾਂ ਹੈਗੀਆਂ ਜਿਨ੍ਹਾਂ ਤੁਸੀਂ ਐਵਰੇਜ ਦੱਸ ਰਹੇ ਹੋ ਕਿ ਪਾਲਿਸੀ ਸਾਡੇ ਰੈਵਨਿਊ ਦਾ ਇਨਕਰੀਜ਼ ਕਿੰਨਾ ਹੋਇਆ, ਪਰ ਇਨਕੁਆਇਰੀ ਕਿਹਦੀ? ਤੁਸੀਂ, ਮੈਂ ਡਰੱਗਸ ਦੀ ਤੁਹਾਡੇ ਤੇ ਗੱਲ ਹੀ ਨਹੀਂ ਕੀਤੀ, ਮੈਂ ਤੁਹਾਡੇ ਤੇ ਲੀਕਰ ਦੀ ਗੱਲ ਕੀਤੀ, ਮੈਂ ਤੁਹਾਡੇ ਤੇ ਸੈਂਡ ਮਾਫੀਆ ਦੀ ਗੱਲ ਕੀਤੀ ਵੀ ਇਸ ਤਰ੍ਹਾਂ ਦੇ ਐਲੀਗੇਸ਼ਨ ਲੱਗਦੇ ਸੀਗੇ, ਪਰ ਇਨਕੁਆਇਰੀ ਕੋਈ ਨਹੀਂ ਹੋਈ। ਤੁਸੀਂ ਅਜੇ ਵੀ ਸਿਰਫ ਉਹ ਫਿਗਰ ਦੱਸ ਰਹੇ ਹੋ ਕਿ 12% ਦਾ ਜਿਹੜਾ ਹੈਗਾ ਉਹ ਵਾਧਾ ਹੋਇਆ। ਜਾਂਚ ਕਿਹੜੀ ਹੋਈ ਸੀ? ਇੱਕ ਗੱਲ ਇਸ ਤੇ ਹੈਗਾ। ਤੇ ਸਾਰੇ ਇੰਡੀਆ 'ਚ ਦੇਖ ਲਓ, ਇਸ ਤੋਂ ਵੱਧ 12-13% ਤੋਂ ਵੱਧ ਇੰਕਰੀਜ਼ ਰੈਵਨਿਊ ਦੀ ਐਕਸਾਈਜ਼ ਕਿਸੇ ਸਟੇਟ 'ਚ ਵੀ ਨਹੀਂ ਮਿਲ ਰਹੀ। ਠੀਕ ਹੈ, ਪੰਜਾਬ ਕੋਈ ਉਸ ਤੋਂ ਅਲੱਗ ਥੋੜੀ ਹੈ, ਜੋ ਸਾਰੇ ਇੰਡੀਆ 'ਚ ਇੰਕਰੀਜ਼ ਮਿਲ। ਜਸਵਿੰਦਰ ਜੀ ਨਾਲ ਲਿੰਕ ਟੁੱਟ ਗਿਆ ਪ੍ਰੋਫੈਸਰ ਸਾਹਿਬ। ਨਹੀਂ, ਦੀਪਾ ਜੀ ਦੀਆਂ ਗੱਲਾਂ ਨਾਲ ਮੈਂ ਕੋਈ ਬਿਲਕੁਲ ਉਹਦੇ 'ਚ ਅਲੱਗ ਨਹੀਂ ਹੈਗਾ। ਉਹ ਠੀਕ ਗੱਲਾਂ ਕਹਿ ਰਹੇ ਆ, ਜਿਵੇਂ 70% ਫੀਸਾਂ ਬਿਲਕੁਲ ਨਜਾਇਜ਼ ਵਧਾਈਆਂ ਗਈਆਂ, ਉਹਦੇ ਤੇ ਇਹਨਾਂ ਨੂੰ ਡਟ ਕੇ ਕਹਿਣਾ, ਮੈਡੀਕਲ ਕਾਲਜਾਂ ਦੇ ਵਿੱਚ ਉਹ ਵੀ ਕਹਿਣਾ ਚਾਹੀਦਾ ਹੈ। ਬਿਲਕੁਲ ਮਾੜੀ ਗੱਲ ਹੈ ਉਹ, ਤੇ ਉਹਦੇ ਨਾਲ ਗਰੀਬ ਬਾਹਰ ਹੋ ਜਾਣਗੇ ਡਾਕਟਰ ਬਣਨ ਤੋਂ। ਇਸ ਕਰਕੇ ਪਰ ਮੇਰਾ ਸਵਾਲ ਹੋਰ ਸੀਗਾ, ਇਸੇ ਤਰੀਕੇ ਨਾਲ ਇਹ ਵੀ ਇੱਕ ਮੰਗ ਰੱਖੀ ਹੈ ਜਿਹੜੀ ਕਿ ਅਸਲ ਵਿੱਚ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਸੀਗੀ ਕਿ 3000 ਰੁਪਇਆ ਪਰ ਏਕੜ ਦੇਣਾ ਚਾਹੀਦਾ ਕਿਸਾਨਾਂ ਨੂੰ, ਕਿਉਂਕਿ ਮਜ਼ਦੂਰੀ ਐਤਕੀ ਮਹਿੰਗੀ ਹੋ ਗਈ ਹੈ। ਹਾਂ, ਇਹ ਕਹੋ, ਜ਼ਰੂਰ ਡਟ ਕੇ ਕਹੋ, ਪਰ ਨਾਲ ਇਹ ਵੀ ਦੱਸੀ ਚਲੋ ਕਿ ਪੈਸੇ ਕਿੱਥੋਂ ਆਉਣੇ ਆ। ਪੈਸੇ ਤੇ ਤੁਹਾਡੀ ਸਰਕਾਰ ਵੇਲੇ ਵੀ ਕਿੰਨਾ ਜ਼ਿਆਦਾ, ਮੇਰਾ ਖਿਆਲ 2.25 ਲੱਖ ਕਰੋੜ ਰੁਪਏ ਤੱਕ ਚੱਲ ਗਿਆ ਸੀ ਵੱਧਾ ਖਰਚਾ। ਹੁਣ ਇਹ 2.5 ਲੱਖ ਕਰੋੜ ਤੋਂ ਵੀ ਅੱਗੇ ਵਾਧਾ ਸੂਬੇ ਦੇ ਉੱਤੇ ਆ। ਇਹ ਤੇ ਅਮਰਿੰਦਰ ਸਿੰਘ ਹੁਣੀ 80,000 ਕਰੋੜ ਰੁਪਇਆ ਸੈਂਟਰ ਤੋਂ ਮੰਗ ਰਹੇ ਆ, ਕਹਿੰਦੇ 26,000 25,000 ਕਰੋੜ ਰੁਪਇਆ ਤੇ ਤੁਰੰਤ ਦੋ, ਅਸੀਂ ਬਚਦੇ ਹੀ ਨਹੀਂ ਹੈਗੇ। ਤੁਸੀਂ ਜੇ ਵਾਕਿਆ ਹੀ ਲੋਕਾਂ ਲਈ ਸੁਹਿਰਦ ਹੈਗੇ ਆ, ਪੰਜਾਬ ਦੇ ਲੋਕਾਂ ਲਈ ਸੁਹਿਰਦ ਹੈਗੇ ਆ, ਕੈਪਟਨ ਅਮਰਿੰਦਰ ਨਾਲ ਮੀਟਿੰਗ ਕਰੋ, ਉਹਨਾਂ ਨੂੰ ਕਹੋ ਕਿ ਚਲੋ ਰਲ ਕੇ ਅਸੀਂ ਦਿੱਲੀ ਤੋਂ ਪੈਸੇ ਹੋਰ ਮੰਗੀਏ, ਨਾਲ ਹੀ ਪੰਜਾਬ ਦੀਆਂ ਜਿਹੜੀਆਂ ਮੋਰੀਆਂ ਚੋਰੀਆਂ ਸਾਰੀਆਂ ਕੁਝ ਹੈਗੀਆਂ ਉਹਨੂੰ ਬੰਦ ਕਰਾਉਣ ਲਈ ਤੁਹਾਡੇ ਸੁਹਿਰਦ ਐਫਰਟ ਇਮਾਨਦਾਰੀ ਨਾਲ ਹੋਣੇ ਚਾਹੀਦੇ ਆ। ਇਹ 'ਚ ਕੋਈ ਇਹਦੇ ਦੋ ਰਾਏ ਨਹੀਂ ਹੈਗੀ। ਸਵਾਲ ਇਹ ਹੈ ਕਿ ਤੁਸੀਂ ਮੰਗ ਰੱਖ ਦਿੰਦੇ ਆ, ਮੰਗ ਕੇ ਐਵੇਂ ਲੱਗਦਾ ਕਿ ਜਿਵੇਂ ਜ਼ਿਆਦਾ ਰਾਜਨੀਤੀ ਹੋਵੇ, ਘੱਟ ਉਹਦੇ 'ਚ ਐਕਚੁਅਲੀ ਲੋਕਾਂ ਦੇ ਪੱਲੇ ਵਾਲੀ ਗੱਲ ਹੋਵੇ। ਜਿਸ ਤਰ੍ਹਾਂ ਹੁਣ 3 ਆਰਡੀਨੈਂਸ ਆਏ ਆ ਦਿੱਲੀ 'ਚ, ਬੜੇ ਕਾਰਨਰਡ ਮਹਿਸੂਸ ਕਰ ਰਿਹਾ ਅਕਾਲੀ ਦਲ ਕਹੀ ਜਾਂਦੇ ਉਹ ਠੀਕ ਨਾ ਸਾਰੇ। ਦੀਪਕ ਜੀ ਅੱਜ ਵੀ ਆਇਆ ਅੱਜ ਵੀ ਚੀਮਾ ਸਾਹਿਬ ਜੀ ਦਾ ਬਿਆਨ ਹੈਗਾ ਆ ਕਿ ਉਹ ਜਿਹੜੇ 3 ਆਰਡੀਨੈਂਸ ਆ, ਲੋਕਾਂ ਨੂੰ ਇਹ ਵਿਸ਼ਵਾਸ ਦਿਵਾ ਰਿਹਾ ਕਿ ਮਿਨੀਮਮ ਸਪੋਰਟ ਪ੍ਰਾਈਸ ਵੀ ਹੋਊਗੀ ਤੇ ਸਾਰਾ ਮੰਡੀ 'ਚੋਂ ਤੁਹਾਡਾ ਅਨਾਜ ਵੀ ਖਰੀਦਿਆ ਜਾਊਗਾ। ਸਾਰੇ ਆਪਣੇ ਪੰਜਾਬ ਸਰ ਸੁਣ ਲਓ, ਨਹੀਂ ਹੋਣਾ ਕੁਝ ਵੀ, ਤੁਸੀਂ ਪੰਜਾਬ ਖਤਮ ਹੋ ਜਾਣਾ ਆ। ਚਲੋ ਆ ਜਾਣਗੇ 2 ਮਹੀਨੇ ਚ ਜਿਹੜੀ ਆ ਜਾਣੀ ਹੈ। ਜਿੰਨੇ ਸਾਇੰਟਿਸਟ ਹੈਗੇ ਆ ਭਾਵੇਂ ਉਹ ਪੰਜਾਬੀ ਯੂਨੀਵਰਸਿਟੀ ਦੇ ਆ, ਐਗਰੀਕਲਚਰ ਯੂਨੀਵਰਸਿਟੀ ਦੇ ਆ, ਜੋ ਇਹਨਾਂ ਮੁੱਦਿਆਂ ਤੇ ਲਿਖਦੇ ਹੈਗੇ, ਸੁਖਪਾਲ ਸਿੰਘ, ਸੁੱਚਾ ਸਿੰਘ ਗਿੱਲ, ਰਣਜੀਤ ਸਿੰਘ ਘੁੰਮਣ, ਹੋਰ ਸਾਰੇ ਲਗਾਤਾਰ ਇਹ ਗੱਲ ਦੀ ਵਾਰਨਿੰਗ ਦੇ ਰਹੇ ਆ। ਉੱਥੋਂ ਆਕਸਫੋਰਡ ਤੋਂ ਪ੍ਰੀਤਮ ਸਿੰਘ ਗਿੱਲ
ਦਿੱਲੀ ਦੇ ਨਾਲ ਖੜੇ ਆ। ਇਸ ਕਰਕੇ ਲੋਕ ਨਾ ਵਿਸ਼ਵਾਸ ਨਹੀਂ ਕਰਦੇ ਦੀਪਾ ਜੀ ਕਿ ਇਹ ਇੱਕ ਪਾਸੇ ਦਿੱਲੀ ਦੇ ਨਾਲ ਜਿਹੜੀ ਯੂਨੀਅਨ ਗਵਰਨਮੈਂਟ ਹੈ ਉੱਥੇ ਸੱਤਾ 'ਚ ਭਾਈਵਾਲ ਹੋ ਕੇ ਉਹਨਾਂ ਨਾਲ ਖੜੇ ਆ, ਦੂਜੇ ਪਾਸੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੇ, ਹੋਰ ਪੰਜਾਬ ਨੂੰ ਬਚਾਉਣ ਦੀ ਗੱਲ ਹੋ ਰਹੀ ਹੈ ਤੇ ਉਹ ਭਰੋਸਾ ਜਿਹਾ ਬਣਦਾ ਨਹੀਂ ਹੈਗਾ। ਪਾਮਿਲ ਜੀ, ਜਦੋਂ ਵੀ ਅੱਜ ਜਿੰਨੀ ਕੁ ਵਾਰੀ ਗੱਲ ਕੀਤੀ ਪ੍ਰੈਸ ਸਾਹਿਬ ਨੇ, ਦਿੱਲੀ ਵਾਲਿਆਂ ਦੀ ਗੱਲ ਕੀਤੀ ਹੈ, ਬੀਜੇਪੀ ਸਰਕਾਰ ਦੀ ਗੱਲ ਕੀਤੀ ਹੈ, ਮੋਦੀ ਗਵਰਨਮੈਂਟ ਦੀ ਗੱਲ ਕੀਤੀ ਹੈ ਕਿ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਰਲ ਕੇ ਚੱਲ ਰਿਹਾ ਤੇ ਦਿੱਲੀ ਵਾਲਿਆਂ ਦਾ ਸ਼ਾਇਦ ਅਲੱਗ ਹੋਣਾ ਚਾਹੀਦਾ, ਇਹੋ ਜਿਹਾ ਸ਼ਾਇਦ ਇਸ਼ਾਰਾ ਕਰ ਰਹੇ ਹੈ। ਮੈਂ ਪ੍ਰੈਸ ਸਾਹਿਬ ਦਾ ਠੀਕ ਹੈ, ਲੈਫਟਿਸਟ ਤੇ ਰਾਈਟਿਸਟ ਦਾ ਆਪਦਾ ਵਿਚਾਰਾਂ ਦਾ ਫਰਕ ਹੁੰਦਾ ਹੈ। ਪ੍ਰੈਸ ਸਾਹਿਬ ਦੀ ਕੋਈ ਪਿਛੋਕੜ ਕੋਈ ਹੋਰ ਹੋਏਗਾ, ਪਰ ਇਹ ਮੰਨ ਲਈਏ ਕਿ ਜਿਹੜੀ ਦੂਜੀ ਵਾਰੀ ਲੋਕਾਂ ਨੇ ਮੈਂਡੇਟ ਦਿੱਤਾ ਹੈ, ਇਹ ਦਿੱਲੀ ਵਾਲਿਆਂ ਨੂੰ ਲੋਕਾਂ ਨੇ ਮੈਂਡੇਟ ਦਿੱਤਾ ਹੈ। ਔਰ ਜਿਹੜੇ ਲੈਫਟਿਸਟ ਹੈ ਉਹ ਉਹਨਾਂ ਦੀ ਜਿਹੜੀਆਂ ਸਰਕਾਰਾਂ ਵੈਸਟ ਬੰਗਾਲ ਸੀ, ਕੇਰਲਾ ਸੀ ਜਾਂ ਜਿਹੜੀਆਂ ਨਾਰਥ ਈਸਟਰਨ ਸਟੇਟਾਂ ਸੀ, ਅੱਜ ਉਹ ਕਿੱਥੇ ਖੜੀਆਂ, ਦੂਰ ਚਲੇ ਗਏ, ਦੂਰ। ਹਾਂ ਬਿਲਕੁਲ ਦੇਖੋ, ਨਹੀਂ ਤੁਸੀਂ ਅਗਰ ਤੁਸੀਂ ਪ੍ਰੋਫੈਸਰ ਸਾਹਿਬ ਦਾ, ਦੀਪਾ ਜੀ ਅਗਰ ਤੁਸੀਂ ਪ੍ਰੋਫੈਸਰ ਸਾਹਿਬ ਦਾ ਜਵਾਬ ਦੇਣਾ, ਅਗਰ ਤੁਸੀਂ ਪ੍ਰੋਫੈਸਰ ਸਾਹਿਬ ਦਾ ਜਵਾਬ ਦੇਣਾ ਹੁੰਦਾ ਤਾਂ ਤੁਸੀਂ ਫਿਰ ਜਵਾਬ ਇਸ ਗੱਲ ਤੇ ਦਿੱਤੇ ਜਿਹੜਾ ਪ੍ਰੋਫੈਸਰ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਦੁਨੀਆ ਦੇ ਜਿਹੜੇ ਐਗਰੀਕਲਚਰ ਦੇ ਐਕਸਪਰਟ ਜਿਸ ਪਾਸੇ ਖੜੇ ਨੇ ਔਰ ਤੁਸੀਂ ਅਕਾਲੀ ਦਲ ਬੀਜੇਪੀ ਦੀ ਮਜਬੂਰੀ ਦੇ ਵਿੱਚ ਬਿਲਕੁਲ 360 ਡਿਗਰੀ ਉਲਟੀ ਦਿਸ਼ਾ ਦੇ ਵਿੱਚ ਖੜਾ ਹੈਗਾ। ਤੁਸੀਂ ਜਵਾਬ ਫਿਰ ਇਸ ਗੱਲ ਦਾ ਦਿੰਦੇ ਤੁਸੀਂ। ਮੈਂ ਇੱਕ ਸੈਕਿੰਡ, ਉਸ ਚੀਜ਼ ਦਾ ਜਵਾਬ ਸੁਖਬੀਰ ਸਿੰਘ ਬਾਦਲ ਇੱਕ ਵਾਰੀ ਨਹੀਂ, ਇੱਕ ਵਾਰੀ ਤੋਂ ਵੱਧ ਵਾਰ ਦੇ ਚੁੱਕੇ ਆ। ਜਿਸ ਦਿਨ MSP ਦੀ ਗੱਲ ਆਈ ਕਿ ਸਾਨੂੰ ਝੋਨੇ ਤੇ ਕਣਕ ਤੇ MSP ਨਹੀਂ ਦੇ ਰਿਹਾ ਸੈਂਟਰ, ਜੇ ਉਸ ਦਿਨ ਅਸੀਂ ਉਹਨਾਂ ਦਿੱਲੀ ਵਾਲਿਆਂ ਨਾਲ ਖੜੀਏ ਤਾਂ ਫਿਰ ਗੱਲ ਕਰਿਆ ਜੇ। ਅੱਜ ਉਹ ਗੱਲ ਹੀ ਹੈ ਨਹੀਂ। ਦੀਪਾ ਜੀ ਸਵਾਲ ਇਹ ਹੈਗਾ ਕਿ ਜਿਹੜੇ ਦੀਪਾ ਜੀ ਗੱਲ ਸਵਾਲ ਇਹ ਹੈਗਾ ਕਿ ਜਿਹੜੇ ਐਕਸਪਰਟ, ਦੀਪਾ ਜੀ ਸਵਾਲ ਇਹ ਹੈਗਾ ਸੀਗਾ ਇਸ ਦੇ ਵਿੱਚ ਕਿ ਜਿਹੜੇ ਐਕਸਪਰਟ ਦੁਨੀਆ ਭਰ ਦੇ ਉੱਤੇ ਇਸ ਤੇ ਰਾਏ ਰੱਖ ਰਹੇ ਨੇ ਕਿ ਅਮਰੀਕਾ ਯੂਰਪ ਦਾ ਮਾਡਲ ਹੈਗਾ ਉੱਥੇ ਫੇਲ ਹੋ ਚੁੱਕਿਆ ਹੈਗਾ, ਜਿਸ ਨੂੰ ਤੁਸੀਂ ਹੁਣ ਪੰਜਾਬ 'ਚ ਲੈ ਕੇ ਆ ਰਹੇ, ਉਹ ਐਕਸਪਰਟ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਾਲ ਜੁੜੇ ਹੋਏ ਨਹੀਂ ਹੈਗੇ, ਜਿਹਦਾ ਜਵਾਬ ਸੁਖਬੀਰ ਬਾਦਲ ਦੇ ਰਹੇ। ਸੁਖਬੀਰ ਬਾਦਲ ਐਕਸਪਰਟਸ ਨੂੰ ਕਾਊਂਟਰ ਕਰ ਰਹੇ ਨੇ, ਉਹ ਐਕਸਪਰਟਸ ਨੂੰ ਜਿਹੜੇ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਐਸੋਸੀਏਟ ਨਹੀਂ ਹੈਗੇ। ਇਸ ਦੇ ਲਈ ਸਾਨੂੰ ਜਦੋਂ ਵੀ ਕੋਈ ਸਰਕਾਰ ਸੱਤਾ ਦੇ ਵਿੱਚ ਹੁੰਦੀ ਹੈ ਜਾਂ ਵਿਰੋਧ ਦੇ ਵਿੱਚ ਹੁੰਦੀ ਹੈ, ਐਕਸਪਰਟਸ ਦੀ ਰਾਏ ਉਹ ਲੈਂਦੇ ਨੇ। ਜੋ ਵੀ ਮੈਂ ਆਪਣੀ ਪਾਰਟੀ ਤੇ ਵੀ ਰੱਖਾਂਗਾ, ਉੱਥੇ ਗੱਲ ਰੱਖਾਂਗਾ, ਜੋ ਵੀ ਐਕਸਪਰਟ ਦੀ ਰਾਏ ਆਈ ਹੈ ਇਹਨਾਂ ਆਰਡੀਨੈਂਸ ਤੇ ਉਹਦੇ ਤੇ ਡਿਬੇਟ ਹੋ ਜਾਏ, ਡਿਸਕਸ਼ਨ ਹੋ ਜਾਏ। ਜੇ ਲੱਗਦਾ ਹੈ ਕਿ ਅੱਜ ਅਗਲੇ ਆਉਣ ਵਾਲੇ ਟਾਈਮ 'ਚ ਵੀ ਪੰਜਾਬ ਦਾ ਤੇ ਕਿਸਾਨਾਂ ਦਾ ਨੁਕਸਾਨ ਹੋ ਸਕਦਾ ਤੇ ਸਾਨੂੰ ਆਪਦਾ ਸਟੈਂਡ ਅੱਜ ਹੀ ਲੈਣਾ ਚਾਹੀਦਾ। ਮੈਂ ਇਸ ਗੱਲ ਨਾਲ ਸਹਿਮਤ ਹਾਂ। ਹਾਂ ਮੈਂ ਨਹੀਂ, ਬਿਲਕੁਲ ਇਹ ਡਿਬੇਟ ਥੋੜੀ ਜੀ ਨੈਰੋ ਹੋ ਗਈ ਗੱਲ। ਸਾਡਾ ਪਰਪਸ ਇਹ ਨਹੀਂ ਸੀ। ਸਰਦਾਰਾ ਸਿੰਘ ਜੌਲ ਜਿਹੜੇ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਦੇ ਚੇਅਰਮੈਨ ਰਹੇ ਆ, ਵਰਲਡ ਬੈਂਕ 'ਚ ਰਹੇ ਆ, ਇੱਥੇ ਦੇ ਸਾਡੇ ਜਿਹੜੇ ਬੋਰਡ ਦੇ ਜਿਹੜਾ ਸਾਡਾ ਪੰਜਾਬ ਦਾ ਪਲੈਨਿੰਗ ਬੋਰਡ ਦੇ ਵਿੱਚ ਰਹੇ ਆ। ਹਾਂ ਮਤਲਬ ਉਹ ਉਹਨਾਂ ਦੇ ਕ੍ਰੈਡੈਂਸ਼ੀਅਲ ਹੈ। ਜੇ ਉਹ ਗੱਲ ਇਹ ਆ ਕੇ ਕਹਿੰਦੇ ਆ ਤੇ ਇਸ ਗੱਲ ਨੂੰ ਆਪਾਂ ਨਾ ਅਕਾਲੀ ਦਲ ਸੁਣੇ ਜਾਂ ਦਵਿੰਦਰ ਸ਼ਰਮਾ, ਜਿਹੜਾ ਸੁਚੇ ਸਿੰਘ ਗਿੱਲ ਨੇ ਲਿਖਿਆ, ਦਵਿੰਦਰ ਸ਼ਰਮਾ ਉਹਨਾਂ ਨੇ ਲਿਖਿਆ, ਨਹੀਂ ਬਿਲਕੁਲ ਲਿਖਿਆ, ਫੋਟੋ ਦੇ ਨਾਲ ਆਇਆ, ਜੇ ਇਹਨਾਂ ਨੇ ਵੀ ਪੜਿਆ ਹੋਊਗਾ ਜ਼ਰੂਰ। ਮਤਲਬ ਮੈਂ ਇਹਨਾਂ ਦੀਆਂ ਗੱਲ ਸਮਝ ਸਕਦਾ, ਥੋੜੀਆਂ ਜਿਹੀਆਂ ਮਜਬੂਰੀਆਂ ਪਾਰਟੀ ਦੀਆਂ ਹੁੰਦੀਆਂ। ਮੈਂ ਇਮਾਨਦਾਰੀ ਨਾਲ ਤੁਹਾਨੂੰ ਕਹਿ ਰਿਹਾ, ਪਹਿਲੀ ਗੱਲ ਇਹ ਮਤ ਸਮਝੋ ਕਿ ਸਾਡੇ ਮਨ ਵਿੱਚ ਕੋਈ ਅਕਾਲੀ ਦਲ ਦੇ ਵਿਰੁੱਧ ਕੜੱਤਣ ਹੈਗੀ ਹੈ। ਨਾ ਸਾਡੀ ਤੇ ਨਹੀਂ, ਅਕਾਲੀ ਦਲ ਦੇ ਨਾਲ ਨਹੀਂ ਕੜੱਤਣ, ਦੂਜੇ ਪਾਸੇ ਕੜੱਤਣ ਹੈਗੀ। ਆਈ ਨੋ ਸਰ, ਸਾਡੀ ਸ਼ਿਕਾਇਤ ਹੈ, ਹੁੰਦੀ ਹੈ, ਇਹ ਵੀ ਸ਼ਿਕਾਇਤ ਰਹੀ ਹੈ ਕਿ ਤੁਸੀਂ ਰੀਜਨਲ ਪਾਰਟੀ, ਇੱਕ ਮਿੰਟ, ਰੀਜਨਲ ਪਾਰਟੀ ਹੈਗੇ ਆ, ਅਕਾਲੀ ਦਲ ਪੰਜਾਬ ਬੇਸਡ, SGPC ਦੇ ਨਾਲ ਇੰਨੀ ਨੇੜਤਾ, ਫੇਰ ਉਹ ਜਾ ਕੇ ਬਾਂਗ ਕਿਤੇ ਹੋਰ ਕਿਸਮ ਦੀ ਨਿਕਲੇ ਤੇ ਸਾਨੂੰ ਇਸ ਗੱਲ ਦਾ ਪੰਜਾਬ ਦੇ, ਹਾਂ ਤੁਸੀਂ ਕੋਈ ਪੰਜਾਬ ਦੇ ਹਿੱਤ ਵਿੱਚ ਕੋਈ ਆਉਂਦਾ ਤੇ ਜਿਹਦੇ ਮਰਜ਼ੀ ਨਾਲ ਜਾ ਕੇ ਤੁਸੀਂ ਜਾ ਕੇ ਸ਼ਾਮਲ ਹੋ, ਸਾਨੂੰ ਕੋਈ ਦਿੱਕਤ ਨਹੀਂ, ਜਿਹਦੇ ਮਰਜ਼ੀ ਕੰਧੇੜੇ ਚੜੋ। ਪਰ ਜਦੋਂ ਪੰਜਾਬ ਦੇ ਹਿੱਤ ਕੰਪਰੋਮਾਈਜ਼ ਹੁੰਦੀ ਹੈ ਤੇ ਸਾਨੂੰ ਦੁੱਖ ਹੁੰਦਾ ਕਿ ਇਹ ਸਾਂਝ ਭਿਆਲੀ 'ਚ ਪੰਜਾਬ ਟਿਸਦਾ ਜਾ ਰਿਹਾ। ਸਾਡੀ ਸ਼ਿਕਾਇਤ ਠੀਕ ਹੈ। ਸਵਾਲ ਹੀ ਹੈਗਾ ਅਕਾਲੀ ਦਲ ਦੇ ਉੱਤੇ। ਅਕਾਲੀ ਦਲ ਬੇਸਿਕਲੀ ਘਿਰਿਆ ਹੋਇਆ ਬੁਰੀ ਤਰ੍ਹਾਂ ਦੇ ਨਾਲ, ਉਹਦੇ ਕਾਊਂਟਰ ਬਿਲ। ਠੀਕ ਹੈ ਦੀਪਾ ਸਾਹਿਬ, ਸਵਾਲ ਹੀ ਭਾਈਚਾਰਾ ਵੀ ਰਵੇ, ਉਹ ਵੀ ਬੜੀ ਵੱਡੀ ਗੱਲ ਹੈ ਪੰਜਾਬ ਵਾਸਤੇ। ਹਾਂ, ਸਵਾਲ ਹੀ ਹੈਗਾ ਸੀਗਾ। ਦੂਸਰੀ ਚੀਜ਼ ਮੈਂ ਪ੍ਰੋਫੈਸਰ ਤੁਹਾਡੇ ਤੋਂ ਇਸ ਤੇ ਕਮੈਂਟ ਲੈਣਾ ਚਾਹਨਾ, ਕਿਉਂਕਿ ਜਸਵਿੰਦਰ ਹੁਣਾਂ ਦੇ ਨਾਲ ਜੁੜ ਨਹੀਂ ਪਾ ਰਹੇ। ਜਿਹੜੀ ਮੈਡੀਕਲ ਫੀਸਾਂ ਦਾ, ਜਸਵਿੰਦਰ ਜੀ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਜੀ। ਠੀਕ ਹੈ ਜਸਵਿੰਦਰ, ਜਿਹੜੀਆਂ ਮੈਡੀਕਲ ਫੀਸਾਂ ਨੂੰ ਲੈ ਕੇ 70% ਫੀਸਾਂ ਦਾ ਵਾਅਦਾ ਕੀਤਾ ਗਿਆ, ਜਿਹੜੇ ਮੰਤਰੀ ਹੈਗੇ ਨੇ ਮੈਡੀਕਲ ਐਜੂਕੇਸ਼ਨ ਦੇ, ਉਹ ਕਿਸੇ ਨੂੰ ਮਿਲੇ ਹੀ ਨਹੀਂ, ਮੀਡੀਆ ਦੇ ਵਿੱਚ ਆਏ ਹੀ ਨਹੀਂ, ਉਸ ਤੋਂ ਬਾਅਦ ਤੱਕ ਹੀ ਜਵਾਬ ਦੇਣਾ ਪਵੇ। ਜਵਾਬ ਨਾਲ ਸਾਨੂੰ ਜਵਾਬ ਤੋਂ ਬਚਦੇ ਉਸ ਤੋਂ ਬਾਅਦ ਆਏ ਨਹੀਂ। ਸਰਕਾਰ ਨੇ
ਜਿਹੜਾ ਮਾਲੀ ਘਾਟੇ ਦਾ 5600 ਕਰੋੜ ਰੁਪਏ ਦੇ ਮਾਲੀ ਘਾਟੇ ਦਾ ਅਕਾਲੀ ਦਲ ਵੱਲੋਂ ਦਾਅਵਾ ਕੀਤਾ ਗਿਆ ਸੀ, ਉਹਦੀ ਕੋਈ ਇਨਕੁਆਇਰੀ ਕਿਸ ਤਰ੍ਹਾਂ ਦੀ ਨਹੀਂ ਕਰਵਾਈ। ਸ਼ਰਾਬ ਮਾਫੀਆ ਦੇ ਐਲੀਗੇਸ਼ਨ ਸਰਕਾਰ ਤੇ ਲੱਗਣ ਲੱਗੇ, ਰੇਤ ਮਾਫੀਆ ਦੇ ਐਲੀਗੇਸ਼ਨ ਲੱਗਣ ਲੱਗੇ। ਮਾਫੀਆ ਵਾਲੇ ਬੰਦੇ ਫੜ ਲਏ ਜੀ, ਓਹ ਕੀ ਬਾਤ ਹੈ, ਮਾਫੀਆ ਵਾਲੇ ਬੰਦੇ ਫੜੇ ਆ, ਉਹਨਾਂ ਦੇ ਪਰਚੇ ਕੀਤੇ ਤੁਹਾਡੇ ਸਾਹਮਣੇ। ਬਹੁਤ ਸਾਰੇ ਕਾਂਗਰਸੀਆਂ ਦੇ ਉੱਤੇ ਵੀ ਉਸ ਦੇ ਵਿੱਚ ਉਂਗਲ ਉੱਠ ਰਹੀ ਹੈ। ਹਾਂ, ਉਂਗਲ ਉੱਠ ਰਹੀ ਹੈ ਕਿ ਉਹ ਵੀ ਬੰਦੇ ਫੜੇ ਆ ਜਾਂ ਉਹਨਾਂ ਦੀ ਵੀ ਕੁਛ ਪ੍ਰਤੀਤ ਹੋਣ ਵਾਲੀ ਇਸ ਤੇ। ਇੱਕ ਤਾਂ ਦੀਪਾ ਜੀ ਨੇ ਜਿਹੜਾ ਕਿਹਾ ਸੀ ਵੀ ਜੇ ਸਾਡਾ ਲੀਡਰ ਕੋਈ ਹੈ ਘੁਟਾਲੇ ਦੇ ਵਿੱਚ ਤੁਸੀਂ ਉਹਨਾਂ ਨੂੰ ਫੜਦੇ। ਤੋਤਾ ਸਿੰਘ ਇਹਨਾਂ ਨੂੰ ਪੁੱਛੋ, ਤੋਤਾ ਸਿੰਘ ਕੌਣ ਸੀ, ਉਹ ਵੀ ਫੜਿਆ ਸਾਡੀ ਸਰਕਾਰ ਨੇ। ਮੰਗਲ ਸਿੰਘ ਨੂੰ ਫੜਿਆ, ਫਿਰ ਉਸ ਤੋਂ ਬਾਅਦ ਦਿਆਲ ਸਿੰਘ ਕੋਲਿਆਂ ਵਾਲੀ ਨੂੰ ਫੜਿਆ। ਕਿੰਨੇ ਇਹਨਾਂ ਦੇ ਲੀਡਰ ਜਿਹੜੇ ਸੀਗੇ ਉਹ ਘੁਟਾਲਿਆਂ ਦੇ ਵਿੱਚ ਸ਼ਾਮਲ ਸੀ, ਜਿਹੜੇ ਅੰਦਰ ਹੋਏ। ਕੀ ਹੋਇਆ ਫਿਰ? ਉਸ ਤੋਂ ਬਾਅਦ ਜਿਹੜੇ ਡਰੱਗ ਮਾਫੀਆ ਵਾਲੇ ਕਿੰਨੇ ਬੰਦੇ ਜਿਹੜੇ ਅਕਾਲੀ ਦਲ ਨਾਲ ਸੰਬੰਧਿਤ ਸੀ, ਉਹ ਡਰੱਗ ਮਾਫੀਆ ਦੇ ਵਿੱਚ ਅਸੀਂ ਫੜ ਕੇ ਅੰਦਰ ਕੀਤੇ। ਅੰਮ੍ਰਿਤਸਰ ਵਾਲੇ ਜਿੰਨੇ ਲੀਡਰ ਨਸ਼ਿਆਂ ਵਾਲੇ, ਜਿਹੜਾ ਬੀਜ ਘਟਾਲੇ ਵਾਲੇ ਬੰਦੇ ਵੀ ਫੜ ਕੇ ਅੰਦਰ ਕੀਤੇ ਆ, ਔਰ ਜਿਹੜੇ ਸ਼ਰਾਬ ਵਾਲੇ ਸੀ ਉਹ ਵੀ ਤੁਹਾਡੇ ਸਾਹਮਣੇ, ਜਿਹੜੀਆਂ ਫੈਕਟਰੀਆਂ ਵੀ ਫੜੀਆਂ, ਜਿਹੜੇ ਬੰਦੇ ਫੈਕਟਰੀ ਚਲਾਉਣ ਵਾਲੇ ਸੀ ਉਹਨਾਂ ਦੇ ਵੀ ਪਰਚੇ ਦਰਜ ਕਰਕੇ ਅੰਦਰ ਕੀਤੇ ਆ। ਕੋਈ ਵੀ ਬੰਦਾ ਐਸਾ ਨਹੀਂ ਜਿਹੜਾ ਸਾਹਮਣੇ ਆਇਆ ਹੋਵੇ ਤੇ ਉਹਤੇ ਕਾਰਵਾਈ ਨਾ ਹੋਈ ਹੋਵੇ। ਦੀਪਾ ਜੀ ਦੱਸਣ ਨਾ ਦੱਸਣ, ਜੇ ਕੋਈ ਸ਼ਰਾਬ ਮਾਫੀਆ ਵਾਲਾ ਬੰਦਾ ਸਾਹਮਣੇ ਆਇਆ ਤੇ ਮੁਕੱਦਮਾ ਦਰਜ ਨਹੀਂ ਹੋਇਆ ਤਾਂ ਨਾ ਦੱਸੋ। ਕਾਮਿਲ ਜੀ ਦੇਖੋ, ਨਕਲੀ ਸ਼ਰਾਬ ਦੀਆਂ ਫੈਕਟਰੀਆਂ ਵੀ ਫੜੀਆਂ ਗਈਆਂ। ਇਹ ਜਿਹੜੇ ਸਮਗਲਰ ਆ, ਸਮਗਲਰ ਤਾਂ ਜਿੱਥੇ ਗੋਲੀ ਦਾ ਆਰਡਰ ਆ ਉੱਥੇ ਵੀ ਸਮਗਲਿੰਗ ਕਰੀ ਜਾਂਦੇ ਆ। ਜਸਵਿੰਦਰ ਜੀ ਮਸਲਾ ਇਹ ਹੈਗਾ, ਦੇਾਂਗੇ ਦੇ ਹੀ ਰਹੇ ਆ। ਜਸਵਿੰਦਰ ਜੀ ਮਸਲਾ ਇਹ ਹੈਗਾ ਕਿ ਜੇ ਬੀਜ ਘਟਾਲਾ ਹੋਏ ਤੇ ਡੀਲਰਾਂ ਤੇ ਪੂਰੀ ਕਾਰਵਾਈ ਨਹੀਂ ਹੁੰਦੀ। ਜੇ ਸ਼ਰਾਬ ਘਟਾਲਾ ਹੋਏ ਤੇ ਸ਼ਰਾਬ ਦੇ ਵੇਚਣ ਵਾਲੇ ਕਰਿੰਦਿਆਂ ਤੇ ਜਾਂ ਟਰੱਕ ਲੈ ਕੇ ਆਉਣ ਜਾਣ ਵਾਲਿਆਂ ਤੇ ਪੂਰੀ ਕਾਰਵਾਈ ਨਹੀਂ ਹੁੰਦੀ। ਜੇ ਮਾਈਨਿੰਗ ਘੁਟਾਲਾ ਹੋਵੇ, ਜੇ ਮਾਈਨਿੰਗ ਇਲੀਗਲ ਮਾਈਨਿੰਗ ਹੋਵੇ ਤੇ ਮਾਈਨਿੰਗ ਅਖੀਰ ਤੱਕ ਕਿਹਨਾਂ ਦੇ ਨਾਮ ਤੇ ਹੈਗੀਆਂ ਚੱਲ ਰਹੀਆਂ, ਕਾਰਵਾਈ ਉੱਥੇ ਤੱਕ ਜਾਵੇ, ਫਿਰ ਉਸ ਨੂੰ ਕਾਰਵਾਈ ਮੰਨਿਆ ਜਾਂਦਾ। ਅਦਰਵਾਈਜ਼ ਜੇ ਤੁਸੀਂ ਆਈ ਵਾਸ਼ ਕਰਨਾ ਉਹ ਵੱਖਰੀ ਗੱਲ ਹੈਗੀ ਹੈ। ਯੈਸ, ਗੱਲ ਇਹ ਹੈ। ਵਾਲੇ ਜਿਹੜੇ ਬੰਦੇ ਵਿੱਚ ਇਨਵੋਲਵ ਸੀ ਉਹਨਾਂ ਤੇ ਮੁਕੱਦਮਾ ਦਰਜ ਹੋਇਆ ਔਰ ਉਹ ਵੀ ਅਰੈਸਟ ਕੀਤੇ ਆ। ਔਰ ਜਗਰਾਉਂ ਵਾਲਾ ਬੰਦਾ ਸੀ ਜਿਹੜਾ, ਉਹਦੇ ਤੇ ਮੁਕੱਦਮਾ ਦਰਜ ਹੋਇਆ, ਉਹ ਵੀ ਅਰੈਸਟ ਕੀਤਾ ਜੀ। ਹੋਰ ਜਿਹੜੇ ਬੰਦੇ ਸਾਹਮਣੇ ਆ ਰਹੇ ਆ ਸਾਰੇ ਅਰੈਸਟ ਹੋਣਗੇ ਤੁਹਾਡੇ ਸਾਹਮਣੇ। ਜੇ ਕਿੰਨਾ ਵੀ ਕੋਈ ਵੱਡੇ ਤੋਂ ਵੱਡਾ ਆਫੀਸਰ ਹੋਵੇ ਜਾਂ ਕੋਈ ਪੋਲੀਟੀਸ਼ੀਅਨ ਹੋਵੇ ਜਿਹੜਾ ਇਸ ਘੁਟਾਲੇ ਦੇ ਵਿੱਚ ਇਨਵੋਲਵ ਹੋਇਆ, ਬਿਲਕੁਲ ਕੈਪਟਨ ਸਾਹਿਬ ਦੀ ਸਰਕਾਰ ਨੇ ਕਿਸੇ ਨੂੰ ਮਾਫ ਨਹੀਂ ਕਰਨਾ। ਸਾਰਿਆਂ ਨੂੰ ਫੜ ਕੇ ਅੰਦਰ ਦੇਣਗੇ, ਕਾਨੂੰਨ ਮੁਤਾਬਕ ਸਜ਼ਾ ਮਿਲੂਗੀ। ਕਾਮਿਲ ਜੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਤਾਂ ਅਸੀਂ ਵੀ ਨਹੀਂ ਲੈ ਸਕਦੇ, ਬਟ ਕਾਨੂੰਨ ਮੁਤਾਬਕ ਸਜ਼ਾ ਮਿਲਣੀ ਹੈ। ਕਾਨੂੰਨ ਮੁਤਾਬਕ ਹੀ ਜਿੰਨੇ ਡਰੱਗ ਮਾਫੀਆ ਉਹਨਾਂ ਤੇ ਵੀ ਕਾਨੂੰਨ ਮੁਤਾਬਕ ਮੁਕੱਦਮੇ ਦਰਜ ਹੋਏ। ਇਸੇ ਤਰ੍ਹਾਂ ਹੀ ਜਿਹੜੀ ਆ ਹੁਣ ਆਪਾਂ ਗੱਲ ਕੀਤੀ ਸੀ ਲੋਕਡਾਊਨ ਦੇ ਦੌਰਾਨ ਜੇ ਕੋਈ ਬੇਨਿਯਮੀਆਂ ਹੋਈਆਂ, ਪਹਿਲੀ ਗੱਲ ਤਾਂ ਜਿੰਨਾ ਵਧੀਆ ਕੰਮ ਇਸ ਕਰਫਿਊ ਕਰੋਨਾ ਕਾਲ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੀਤਾ, ਮੋਦੀ ਸਾਹਿਬ ਨੇ ਤਾਰੀਫ ਕੀਤੀ ਉਹਨਾਂ ਦੀ। ਬੇਸ਼ੱਕ ਉਹ ਵਿਰੋਧੀ ਧਿਰ ਦੇ ਨੇ ਮੋਦੀ ਸਾਹਿਬ, ਉਹਨਾਂ ਨੇ ਵੀ ਕੈਪਟਨ ਸਾਹਿਬ ਹੋਰਾਂ ਦੀ ਤਾਰੀਫ ਕੀਤੀ ਹੈ। ਦੂਸਰੀ ਗੱਲ, ਜਿਹੜੇ ਜੋ ਕੰਟਰੋਲ ਉਹਨਾਂ ਨੇ, ਜਿਵੇਂ ਫਸਲਾਂ ਵੇਚਣੀਆਂ ਸੀ, ਫਸਲਾਂ ਦਾ ਦੌਰ ਵਿੱਚ ਆ ਗਿਆ ਸੀ, ਇੰਨੀਆਂ ਵਧੀਆ ਫਸਲਾਂ ਤਾਂ ਕਦੇ ਬਾਦਲਾਂ ਦੇ ਰਾਜ 'ਚ ਸਹੀ ਸਲਾਮਤ ਟਾਈਮ 'ਚ ਨਹੀਂ ਵਿਕੀਆਂ ਜਦੋਂ ਕਰਫਿਊ ਦੇ ਦੌਰਾਨ ਜਿਹੜੇ ਢੰਗ ਨਾਲ ਸੀ ਵੇਚਦੀਆਂ। ਔਰ ਮੰਡੀਕਰਨ ਵੀ ਵਧੀਆ ਕੀਤਾ, ਫਸਲਾਂ ਵੀ ਚੱਕੀਆਂ, ਉਹਦੇ ਨਾਲ ਬਿਲਕੁਲ ਅਸੀਂ ਕਰੋਨਾ ਦਾ ਵੀ ਨਹੀਂ ਫੈਲਾਅ ਹੋਣ ਦਿੱਤਾ। ਸਵਾਲ ਕਰੋਨਾ ਦਾ ਹੈ ਹੀ ਨਹੀਂ ਜਸਵਿੰਦਰ ਜੀ। ਸਵਾਲ ਮੋਦੀ ਸਾਹਿਬ ਨੇ ਜੇ ਤਾਰੀਫ ਕੀਤੀ ਹੈਗੀ ਹੈ, ਪਰ ਉਹ ਕਾਂਗਰਸ ਉਹਦਾ ਤਾਰੀਫ ਦਾ ਸਿਹਰਾ ਮੱਥੇ ਤੇ ਨਹੀਂ ਨਾ ਬਣ ਕੇ ਘੁੰਮ ਸਕਦੀ 24 ਘੰਟੇ। ਸਵਾਲ ਉਹ ਨਹੀਂ ਹੈਗਾ। ਸਵਾਲ ਇਹ ਹੈਗਾ ਕਿ ਜਿਹੜੇ ਸਰਕਾਰ ਤੇ ਐਲੀਗੇਸ਼ਨ ਹੈਗੇ ਆ ਉਹਦਾ ਸਟੇਟਸ ਕੀ ਹੈ, ਉਹਨਾਂ ਦੇ ਉੱਤੇ ਕਾਰਵਾਈ ਕਿੰਨੀ ਕਰ ਰਹੀ ਹੈ, ਕਿੰਨੀ ਓਨੈਸਟੀ ਨਾਲ, ਇਮਾਨਦਾਰੀ ਨਾਲ ਕਰ ਰਹੀ ਹੈ। ਠੀਕ ਹੈ, ਸਵਾਲ ਉਹ ਹੈਗਾ। ਪ੍ਰੋਫੈਸਰ ਸਾਹਿਬ ਇਸੇ ਤਰ੍ਹਾਂ ਹੀ ਜਿਹੜੇ ਕਾਮਿਲ ਇੱਕ ਮਿੰਟ, ਜੋ ਇਹਨਾਂ ਨੇ ਜੋ ਦੋ ਵੱਡੇ ਜੋ ਰੀਸੈਂਟ ਵੱਡੇ ਘੁਟਾਲੇ ਹੋਏ ਆ, ਭਾਵੇਂ ਦਾ ਬੀਜ ਘੁਟਾਲੇ ਦੀ ਗੱਲ ਕਰੀਏ ਤੇ ਭਾਵੇਂ ਐਕਸਾਈਜ਼ ਡਿਪਾਰਟਮੈਂਟ ਦੇ ਘੁਟਾਲੇ ਦੀ ਗੱਲ ਕਰੀਏ। ਬੀਜ ਘੁਟਾਲਾ ਸਾਡੇ ਬਿਕਰਮਜੀਤ ਸਿੰਘ ਮਜੀਠੀਆ ਨੇ ਸ਼ੁਰੂ ਚ ਜਿੱਥੇ ਉਹਨਾਂ ਨੇ ਘੁਟਾਲਾ ਫੜਿਆ ਉਹ ਪੂਰਾ ਹਾਈਲਾਈਟ ਕੀਤਾ, ਪੇਪਰ ਦੇ ਵਿੱਚ ਆਇਆ। ਬੰਦੇ ਦਾ ਨਾਮ ਲੈ ਰਿਹਾ ਜੀ, ਚਲੋ ਸ਼ਰੀਫ ਹੈ ਤੇ ਜੇ ਕੋਈ ਵੇਖੋ ਫਿਰ ਐਲੀਗੇਸ਼ਨ ਲਾ ਰਹੇ ਹੋ, ਕਰਨਾ ਤੁਸੀਂ ਕੁਝ ਨਹੀਂ, ਤੁਹਾਡੇ ਕੋਲ ਕੋਈ ਪ੍ਰੂਫ ਨਹੀਂ, ਕਰ ਤੁਸੀਂ ਕੁਝ ਸਕਦੇ ਨਹੀਂ, ਜਸਟ ਟੀਵੀ ਤੇ ਬੋਲਦੇ ਹੋ। ਤੇ ਜੇ ਕੱਲ ਤੇ ਡੈਫੇਮੇਸ਼ਨ ਪਾਤੀ, ਫਿਰ ਕੇਜਰੀਵਾਲ ਤਰ੍ਹਾਂ ਤੁਸੀਂ ਵੀ ਮਾਫੀ ਮੰਗ ਲੈਣੀ ਹੈ ਕਿ ਨਹੀਂ ਜੀ ਸਾਰਾ ਕੁਝ ਠੀਕ ਹੈ। ਦੂਜੀ ਗੱਲ, ਸਾਡੇ ਪ੍ਰੈਸ਼ਰ ਤੋਂ ਬਾਅਦ 11 ਮਈ ਦਾ ਬੀਜ ਘੁਟਾਲੇ ਦਾ ਬਰਾੜ ਸੀਡ ਫਾਰਮ ਲੁਧਿਆਣੇ ਤੇ ਪਰਚਾ ਹੋਇਆ। ਕਿਦੋਂ ਉਹਨਾਂ ਨੂੰ ਦੁਕਾਨ ਬੰਦ ਹੁੰਦੀ ਹੈ, ਕਿਦੋਂ ਉਹਨਾਂ ਨੂੰ ਅਰੈਸਟ ਪਾਉਂਦੇ ਆ? 31 ਮਈ ਨੂੰ। 20 ਦਿਨ ਕੀ ਸਲਾਹਾਂ ਚੱਲਦੀਆਂ ਰਹੀਆਂ। ਐਗਰੀਕਲਚਰ ਡਿਪਾਰਟਮੈਂਟ ਕਿਹਦੇ ਕੋਲ ਹੈ? ਕੈਪਟਨ ਅਮਰਿੰਦਰ ਸਿੰਘ ਦਾ ਆਪਦਾ ਮਹਿਕਮਾ ਹੋਵੇ, ਉੱਥੇ ਐਡੇ ਐਡੇ ਵੱਡੇ ਘੁਟਾਲੇ ਹੋ ਜਾਣ, ਕਿਸਾਨੀ ਨਾਲ ਐਡਾ ਧੋਖਾ ਹੋ ਜੇ, ਔਰ 20 ਦਿਨ ਤੁਸੀਂ ਬੰਦਿਆਂ ਨੂੰ ਫੜੋ ਨਾ। ਕੀ ਸਲਾਹਾਂ ਕਰ ਰਹੇ ਹੋ ਤੁਸੀਂ? ਇਹਨਾਂ ਦੇ ਮੰਤਰੀ ਦਾ ਨਾਂ ਆ ਰਿਹਾ, ਉਹਨਾਂ ਦੇ ਹਲਕੇ ਦੇ ਬੰਦੇ ਆ ਵਿੱਚ ਰਲੇ ਹੋਏ ਆ ਜਿਹੜੇ ਬੀਜ ਘੁਟਾਲੇ ਦੇ ਵਿੱਚ ਹੈ। ਹੁਣ ਐਕਸਾਈਜ਼ ਦੀ ਗੱਲ ਕਰੀਏ, 297 ਕਰੋੜ ਰੁਪਇਆ ਪਹਿਲੇ ਸਾਲ ਟਾਰਗੇਟ ਤੋਂ ਘੱਟ ਆਉਂਦਾ ਹੈ।
3 ਸਾਲ ਪੁਰਾਣੀ ਗੱਲ ਹੈ। ਕੀ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ? 963 ਕਰੋੜ ਦੂਜੇ ਸਾਲ ਘਾਟਾ ਪੈਂਦਾ ਹੈ। ਕੀ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ? 1860 ਕਰੋੜ ਪਿਛਲੇ ਸਾਲ ਘਾਟਾ ਪਿਆ। ਕੀ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ ਹੈ? ਮਹਿਕਮਾ ਤੁਹਾਡਾ ਹੈ, ਤੁਸੀਂ ਚੀਫ ਮਿਨਿਸਟਰ ਹੋ, ਇੱਕ ਮਿਨਿਸਟਰ ਦੇ ਥੱਲੇ ਕਮੇਟੀ ਬਣਾ ਰਹੇ ਹੋ, ਸਿੱਟ ਉਹ ਉਹਦੀ ਇਨਕੁਆਇਰੀ ਕਰਨਗੇ। ਉਹ ਕਹਿਣਗੇ ਕੈਪਟਨ ਅਮਰਿੰਦਰ ਸਿੰਘ ਦੀ ਆਪਦੀ ਵਜ੍ਹਾ ਇਹਦੇ ਚ। ਡਿਸਟਿਲਰੀਆਂ ਤੁਹਾਡੇ ਲੋਕਾਂ ਦੀਆਂ, ਉੱਥੋਂ ਟਰੱਕਾਂ ਦੇ ਟਰੱਕ ਜਾ ਰਹੇ ਆ, ਤੁਸੀਂ ਕਿਹੜੇ ਨੂੰ ਫੜ ਲਿਆ? ਜਿਹੜੇ ਤੁਹਾਡੇ ਆਪਣੇ ਰਿਲੀਜੀਅਸ ਐਡਵਾਈਜ਼ਰ ਹੈ ਦਿੱਲੀ ਦੇ ਸਰਨਾ ਸਾਹਿਬ, ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਡਿਸਟਿਲਰੀਆਂ। ਜੇ ਅੱਖਾਂ ਪੁੰਝਣ ਨੂੰ ਥੋੜਾ ਬਹੁਤ ਵਿਖਾਣ ਨੂੰ ਇੱਕ ਦੋ ਟਰੱਕ ਫੜ ਵੀ ਲਏ, ਕੀ ਕੰਮ ਕਰ ਲਿਆ? ਉਦੋਂ এনवायरमेंट 'ਚ ਜਦੋਂ ਉਹਨਾਂ ਨੇ ਉਸ ਦਰਿਆ ਦੇ ਵਿੱਚ ਗੰਦਾ ਪਾਣੀ ਛੱਡਿਆ ਸੀ, 5 ਕਰੋੜ ਦਾ ਉਹਨਾਂ ਦੇ ਫਾਈਨ ਲਾਇਆ ਸੀ, ਲੀਪਾ ਪੋਤੀ ਕਰਨ ਵਾਸਤੇ 5 ਕਰੋੜ ਭਰਿਆ ਗਿਆ। ਅਸੀਂ ਲੋਕ ਹਾਂ, ਠੀਕ ਹੈ, ਭੁੱਲ ਜਾਂਦੇ ਆ ਟਾਈਮ, ਸਾਡੀਆਂ ਇੰਨੀਆਂ ਪ੍ਰੋਬਲਮਸ ਹੈ ਆਮ ਲੋਕਾਂ ਦੀਆਂ, ਅਸੀਂ ਕਿੰਨਾ ਕੀ ਯਾਦ ਰੱਖੀਏ, ਪਰ ਲੋਕ ਉਹਨੇ ਵੀ ਭੁੱਲਣ ਵਾਲੇ ਨਹੀਂ। ਸਰਕਾਰਾਂ ਸਾਡੀ ਵੀ ਬਦਲੀ ਹੈ, ਸਾਡੇ ਤੇ ਐਲੀਗੇਸ਼ਨ ਲੱਗੇ ਸੀ, ਸਾਨੂੰ 15 ਤੇ ਲਿਆ ਤਾਂ, ਤੇ ਕਾਂਗਰਸ ਵਾਲੇ ਭੁੱਲ ਜਾਣ ਕਿ ਕੈਪਟਨ ਅਮਰਿੰਦਰ ਸਿੰਘ ਠੀਕ ਹੈ ਕਿ 5 ਸਾਲ ਇੰਜੋਏ ਕਰਨ ਆਏ ਆ, ਪਾਵਰ ਇੰਜੋਏ ਕਰ ਰਹੇ ਆ, ਉਹਨਾਂ ਨੇ ਪੰਜਾਬ ਤੋਂ ਕੁਝ ਨਹੀਂ ਲੈਣਾ, ਜੋ ਉਹਨਾਂ ਨੇ ਕਮਾਣਾ ਹੈ, ਜੋ ਕਰਨਾ ਉਹ ਆਪਦਾ ਕਰ ਰਹੇ ਆ ਉਹਨਾਂ ਨੇ। ਠੀਕ ਹੈ, ਕਾਂਗਰਸ ਪਾਰਟੀ ਕੁਝ ਕਰਦੀ ਰਹੂਗੀ, ਪਰ 5 ਸਾਲਾਂ ਬਾਅਦ ਜਦੋਂ ਹੋਊਗਾ ਵੇਖਿਆ ਜੇ ਕੀ ਪਾਰਟੀ ਦਾ ਹਾਲ ਹੁੰਦਾ। ਠੀਕ ਹੈ ਪ੍ਰੋਫੈਸਰ ਸਾਹਿਬ, ਕਨਕਲੂਡ ਕਰ ਦਿਓ, ਇਹਨੂੰ ਕਨਕਲੂਡ ਕਰ ਦਿਓ, ਕਿਸ ਤਰ੍ਹਾਂ ਦੇ ਨਾਲ ਦੇਖ ਰਹੇ ਹੋ? ਕਿਉਂਕਿ ਬਹੁਤ ਸਾਰੇ ਐਲੀਗੇਸ਼ਨ ਸਰਕਾਰ ਤੇ ਵੀ ਹੈਗੇ ਆ, ਔਰ ਸਰਕਾਰ ਦੇ ਬਿਲਕੁਲ ਕੰਨਾਂ ਦੇ ਵਿੱਚ ਉਂਗਲੀਆਂ ਪਈਆਂ ਹੋਈਆਂ। ਸਰਕਾਰ ਉਸ ਢੰਗ ਦੇ ਨਾਲ ਇਨਕੁਆਇਰੀ ਵਾਕਿਆ ਹੀ ਕਰ ਨਹੀਂ ਰਹੀ, ਇਹਦੀ ਪਰਸੈਪਸ਼ਨ ਕੀ ਬਣ ਰਹੀ ਹੈ? ਨਹੀਂ ਬਿਲਕੁਲ ਠੀਕ ਹੈਗੇ ਆ। ਸੱਚੀ ਗੱਲ ਤੇ ਇਹ ਹੈ ਕਿ ਕਾਂਗਰਸ ਦਾ ਜਿੰਨਾ ਕਿ ਵੀ ਇਹ ਰੂਲ ਹੋਇਆ, ਜਿੰਨੀਆਂ ਲੋਕਾਂ ਨੂੰ ਉਮੀਦਾਂ ਸੀਗੀਆਂ, ਜਿਹੜੀਆਂ ਕਿ ਖੁਦ ਹੀ ਇਹਨਾਂ ਨੇ ਲੋਕਾਂ 'ਚ ਉਮੀਦਾਂ ਜਗਾਈਆਂ ਸੀ, ਉਹਦਾ ਬਹੁਤ ਹੀ ਛੋਟਾ ਹਿੱਸਾ ਹੀ ਇਹ ਸਿਰੇ ਲਾ ਸਕਿਆ। ਲੋਕ ਦੁਖੀ ਆ, ਲੋਕ ਹੀ ਨਹੀਂ, ਇਹਨਾਂ ਦੇ ਆਪਣੇ ਐਮਐਲਏ ਬਹੁਤ ਦੁਖੀ ਆ। ਉਹ ਬਾਰ-ਬਾਰ ਪ੍ਰਤਾਪ ਸਿੰਘ ਬਾਜਵਾ, ਹੋਰ ਈਵਨ ਸੁਨੀਲ ਜਾਖੜ, ਸਾਰੇ ਘੇਰਾਬੰਦੀ ਕਰਦੇ ਆ, ਪਰ ਉਹਨਾਂ ਦੇ ਵੱਸ ਨਹੀਂ ਚੱਲਦੀ। ਉਹਦਾ ਇੱਕ ਕਾਰਨ ਦੀਪਾ ਜੀ ਫਿਰ ਕਹਿਣਗੇ ਕਿ ਬਾਰ-ਬਾਰ ਦਿੱਲੀ ਦੀ ਗੱਲ ਕਰਦਾ। ਇੱਕ ਗੱਲ ਇਹ ਵੀ ਹੈਗੀ ਹੈ ਕਿ ਕਿਤੇ ਨਾ ਕਿਤੇ ਦਿੱਲੀ ਤੋਂ ਛਤਰ ਛਾਇਆ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਜਾਂਦੀ ਆ, ਤੇ ਉਹ ਬਹੁਤੀ ਪਰਵਾਹ ਕਿਸੇ ਦੀ ਨਹੀਂ ਕਰਦੇ। ਇਸ ਗੱਲ ਦੀ ਵੀ ਚੋਰ ਮੋਰੀ ਦੀ ਥੋੜਾ ਜਿਹਾ ਪ੍ਰਬੰਧ ਕਰੋ ਦੀਪਾ ਜੀ, ਇਹ ਸਾਰਾ ਕੁਝ ਚੱਲ ਰਿਹਾ। ਪਰ ਜਿਹੜੀ ਸਟੇਟ ਹੈਗੀ ਆ, ਇਹ ਸਾਡੀ ਪੰਜਾਬ ਹਾਈਲੀ ਮਿਸਗਵਰਨਡ ਸਟੇਟ ਹੈਗੀ ਹੈ। ਜਿੰਨੀ ਇਹਦੀ ਲੁੱਟ ਹੋਈ ਹੈ, 1 ਨੰਬਰ ਦੀ ਸਟੇਟ ਹੁੰਦੀ ਸੀ, ਅਸੀਂ 14ਵੇਂ 15ਵੇਂ ਨੰਬਰ ਤੇ ਧੱਕ ਦਿੱਤੀ ਹੈ। ਔਰ ਇਹਦੇ ਚ ਘੱਟ ਕੋਈ ਨਹੀਂ ਜੇ ਸਾਰਾ ਆਪੋ ਆਪਣਾ ਟਾਈਮ ਕੱਢ ਕੇ ਆਪੋ ਆਪਣੇ ਗੱਫੇ ਲਾਉਣ ਲਈ ਤਿਆਰ ਰਹਿੰਦੇ ਆ। ਇਸ ਕਰਕੇ ਮੇਰਾ ਤੇ ਇਹੋ ਕਹਿਣਾ ਕਿ ਪ੍ਰੋਫੈਸਰ, ਤੁਹਾਨੂੰ ਲੱਗਦਾ ਕਿ ਅਕਾਲੀ ਦਲ ਨੂੰ ਵੀ ਕਿਤੇ ਸਵੈ ਪੜਚੋਲ ਦੀ ਲੋੜ ਹੈਗੀ ਹੈ ਕਿ ਅਕਾਲੀ ਦਲ 3 ਸਾਲ ਤੋਂ ਬਾਅਦ ਇੱਕ ਐਂਟੀ ਇਨਕੰਬੈਂਸੀ ਕਾਫੀ ਹੱਦ ਤੱਕ ਬਿਲਡ ਹੋ ਚੁੱਕੀ ਹੁੰਦੀ ਹੈ 3 ਸਾਲ ਦੇ ਰਾਜ ਦੇ ਦੌਰਾਨ, ਅਕਾਲੀ ਦਲ ਉਸ ਤਰ੍ਹਾਂ ਦੇ ਨਾਲ ਗਰਾਊਂਡ ਦੇ ਵਿੱਚ ਤੁਹਾਨੂੰ ਕੀ ਲੱਗਦਾ ਵਿਚਰਿਆ, ਜਾਂ ਅਕਾਲੀ ਦਲ ਦਾ ਉਹਨਾਂ ਪ੍ਰਭਾਵ ਹੈਗਾ ਕਿ ਉਹ ਸਰਕਾਰ ਦੇ ਅਗੇਂਸਟ ਇੱਕ ਮੂਵਮੈਂਟ ਖੜੀ ਕਰਨ 'ਚ ਕਾਮਯਾਬ ਨਹੀਂ ਹੋ ਰਿਹਾ ਅਜੇ ਤੱਕ ਵੀ? ਕਿਉਂਕਿ ਮੁੱਦੇ, ਜੇ 12 ਮੁੱਦੇ ਲਿਖੇ ਆ, 12 ਤੋਂ 12 ਦੇ ਵਿੱਚ ਕੋਈ ਇੱਕ ਮੁੱਦਾ ਐਸਾ ਵੀ ਨਹੀਂ ਹੈ ਜਿਹਦੇ ਉੱਤੇ ਸਰਕਾਰ ਨੂੰ ਬੈਕਫੁੱਟ ਤੇ ਲੈ ਕੇ ਆਇਆ ਹੋਵੇ। ਨਹੀਂ ਪੈਮਲ ਜੀ, ਚਲੋ ਲੈ ਵੀ ਆਂਦਾ, ਜਿਸ ਤਰ੍ਹਾਂ ਅਨਾਜ ਦਾ ਇਹਨਾਂ ਨੇ ਕਾਰਡਾਂ ਦੇ ਕੋਰਟ 'ਚ ਜਾ ਕੇ ਕਰ ਦਿੱਤਾ ਕਿ ਜਿਹੜੇ ਨੀਲੇ ਕਾਰਡ ਦੁਬਾਰਾ ਕਰੋ, ਚੰਗੀ ਗੱਲ ਹੈ। ਜਿਹੜੀ ਚੰਗੀ ਗੱਲ ਹੈ ਉਹ ਚੰਗੀ ਗੱਲ ਹੈ, ਪਰ ਸਵਾਲ ਪਤਾ ਪੈਮਲ ਜੀ ਇਹ ਹੁੰਦਾ ਆ ਕਿ ਇਹਨਾਂ ਨੂੰ ਅਜੇ ਉਸ ਪੱਧਰ ਦੀ ਸਵੇਜ ਆ, ਜਿਹੜਾ ਲੋਕਾਂ ਦਾ ਵਿਸ਼ਵਾਸ ਉਹ ਨਹੀਂ ਮਿਲ ਰਿਹਾ। ਮੈਂ ਤੇ ਬਾਰ-ਬਾਰ ਕਹਿ ਰਿਹਾ, ਮੈਂ ਸ਼ੁਰੂ 'ਚ ਕਹਿਤਾ, ਉਹਦਾ ਕਾਰਨ ਇਹ ਹੈ ਕਿ ਲੋਕਾਂ ਦੇ ਵਿੱਚ ਇਹ ਭਰੋਸਾ ਨਹੀਂ ਬਣਾ ਪਾ ਰਹੇ ਕਿ ਇਹ ਇਮਾਨਦਾਰੀ ਨਾਲ ਸਾਡੇ ਨਾਲ ਖੜੇ ਆ। ਇਸੇ ਕਰਕੇ ਸਭ ਤੋਂ ਪਹਿਲਾਂ ਇਸ ਗੱਲ ਦਾ ਇਹਨਾਂ ਨੂੰ ਲੋਕਾਂ ਦੇ ਮਨ ਚੋਂ ਖਦਸ਼ਾ ਕੱਢਣਾ ਪਊ। ਉਹ ਕਿਵੇਂ ਕੱਢਣਾ ਹੈ? ਮੇਰੀਆਂ ਗੱਲਾਂ ਨੂੰ ਛੱਡ ਦੇਣੇ। ਇਹ ਆਪਣੇ ਤੌਰ ਤੇ ਪਾਰਟੀ ਬੜੀ ਸਿਆਣੀ ਸਮਝਦਾਰ ਹੈ, ਇਹ ਆਪਣੀ ਸਟ੍ਰੈਟਜੀ ਆਪ ਤੈਅ ਕਰਨ, ਪਰ ਇਹ 'ਚ ਕੋਈ ਦੋ ਰਾਏ ਨਹੀਂ। ਜਿੱਥੇ ਤੱਕ ਗੱਲ ਕਾਂਗਰਸ ਦੀ ਸੀਗੀ, ਜਿਸ ਤਰ੍ਹਾਂ ਕਰਨ ਅਵਤਾਰ ਸਿੰਘ ਫਸਿਆ ਸੀਗਾ, ਮੇਰਾ ਖਿਆਲ ਹੈ ਕਿ ਉਹਨੂੰ ਬਚਾਇਆ ਗਿਆ। ਕੈਪਟਨ ਅਮਰਿੰਦਰ ਸਿੰਘ ਉਹਨਾਂ ਕੋਲ 17 ਅਲੱਗ-ਅਲੱਗ ਕਿਸਮ ਦੀਆਂ ਪ੍ਰਾਪਰਟੀਆਂ, ਉਹਨਾਂ ਦੀਆਂ ਅਖਬਾਰਾਂ 'ਚ ਨਾਂ ਆ ਗਿਆ, ਸਾਰਾ ਕੁਝ ਆਇਆ, ਉਹਨਾਂ ਦੇ ਮੁੰਡੇ ਦਾ ਨਾਂ ਆਇਆ, ਸਾਰਾ ਕੁਝ। ਮੈਨੂੰ ਲੱਗਦਾ ਕਿ ਸਰਕਾਰਾਂ, ਲੋਕ ਇਸ ਵੇਲੇ ਪੰਜਾਬ ਦੇ ਜਿਹੜੇ ਵਿਕਟਮ ਨੇ, ਅਲਟੀਮੇਟਲੀ ਦੁਖੀ ਆ, ਉਹ ਲੋਕ ਦੁਖੀ ਹੈ। ਕਾਂਗਰਸ ਵੀ ਉਹ ਮੈਂ ਫਿਰ ਦੁਬਾਰਾ ਕਹਿਣਾ ਕਿ ਉਹ ਕੁਝ ਨਹੀਂ ਲੋਕਾਂ ਦੀਆਂ ਉਮੀਦਾਂ ਤੇ ਉਤਰ ਸਕੀ, ਜੋ ਲੋਕਾਂ ਨੂੰ ਉਮੀਦਾਂ ਇਹਨਾਂ ਨੇ ਖੁਦ ਹੀ ਦਿੱਤੀਆਂ ਸੀਗੀਆਂ। ਛੋਟੀ ਗੱਲ, ਇੱਕ ਨਿੱਕੀ ਗੱਲ ਪੈਮਲ ਜੀ, ਬਰਗਾੜੀ ਦਾ ਨਹੀਂ ਅਜੇ ਤੱਕ ਕਿਸੇ ਗੱਲ ਤੇ ਸਿਰੇ ਲਾ ਕੇ, ਗੱਲ ਹੀ ਬਾਕੀ ਸਾਰੀਆਂ ਛੱਡ ਦਿਓ ਤੁਸੀਂ। ਉਹ 'ਚ ਤੇ ਕੋਈ ਪੈਸਾ ਨਹੀਂ ਚਾਹੀਦਾ, ਉਹ ਤੇ ਇੱਕ ਤੁਹਾਨੂੰ ਫੈਸਲਾ ਲੈਣ ਦੀ ਗੱਲ ਹੈਗੀ ਆ ਨਾ। ਇਸ ਕਰਕੇ ਲੋਕ ਨਹੀਂ ਖੁਸ਼ ਹੈਗੇ ਪੈਮਲ। ਬਿਲਕੁਲ ਜਸਵਿੰਦਰ ਜੀ, ਆਖਰੀ ਕਮੈਂਟ ਹੈਗਾ ਬਹੁਤ ਥੋੜੇ ਸ਼ਬਦਾਂ ਦੇ ਵਿੱਚ। ਬੇਸਿਕਲੀ ਗੱਲ ਇਹ ਹੈਗੀ ਹੈ, ਕਾਂਗਰਸ ਨੂੰ ਲੈ ਕੇ ਜਿਹੜਾ ਸਵਾਲ ਹੈਗਾ ਕਿ ਪੋਲੀਟੀਕਲ ਵਿਲ ਹੀ ਨਹੀਂ ਹੈਗੀ ਕਾਰਵਾਈ ਕਰਨ ਵਾਲੀ। ਨਹੀਂ, ਇਹ ਬਿਲਕੁਲ ਨਹੀਂ। ਅਸੀਂ ਜੋ ਵੀ, ਸਭ ਤੋਂ ਪਹਿਲਾਂ ਤਾਂ ਜਿਹੜੀ ਸਰਕਾਰ ਦੀ ਫਸਟ ਪ੍ਰੈਫਰੈਂਸ ਹੈ ਸਾਡੀ,
ਉਹ ਲੋਕਾਂ ਦੀਆਂ ਮੁੱਢਲੀਆਂ ਜਿਹੜੀਆਂ ਸਮੱਸਿਆਵਾਂ ਸੀ ਅੱਜ ਦੀ ਤਰੀਕ ਦੇ ਵਿੱਚ ਤਾਂ ਇਹ ਸੀ ਕਿ ਕੋਵਿਡ ਤੋਂ ਕਿਸ ਤਰ੍ਹਾਂ ਲੋਕਾਂ ਨੂੰ ਬਚਾਇਆ ਜਾਵੇ। ਫਿਰ ਉਸ ਤੋਂ ਬਾਅਦ ਜ਼ਿੰਦਗੀ ਨੂੰ ਜਿਉਂਦੇ ਰਹਿਣ ਵਾਸਤੇ ਜ਼ਰੂਰੀ ਵਸਤਾਂ ਦੀ ਸਪਲਾਈ ਕਿਵੇਂ ਕੀਤੀ ਜਾਵੇ। ਉਸ ਤੋਂ ਬਾਅਦ ਹੁਣ ਉਹਨਾਂ ਦੀ ਆਰਥਿਕਤਾ ਨੂੰ ਕਿਵੇਂ ਖੜਾ ਕੀਤਾ ਜਾਵੇ। ਉਹ ਸਾਰੀ ਜਿਹੜੀ ਸਾਡੀ ਪ੍ਰੈਫਰੈਂਸ ਹੈ ਉਹਦੇ ਆਧਾਰ ਤੇ ਸਰਕਾਰ ਕੰਮ ਕਰ ਰਹੀ ਹੈ। ਔਰ ਜੇ ਕੋਈ ਜਿਸ ਤਰ੍ਹਾਂ ਸਾਡੇ ਵਿਰੋਧੀ ਇਲਜ਼ਾਮ ਲਾ ਰਹੇ ਆ, ਜੇ ਉਹਦੇ 'ਚ ਕੋਈ ਬੇਨਿਯਮੀ ਸਾਹਮਣੇ ਆਉਂਦੀ ਹੈ ਤਾਂ ਕੈਪਟਨ ਸਾਹਿਬ ਹੋਰਾਂ ਦਾ ਸਪਸ਼ਟ ਐਲਾਨ ਹੈ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ, ਚਾਹੇ ਉਹ ਪਾਰਟੀ ਦਾ ਕੋਈ ਵਰਕਰ ਹੋਵੇ, ਚਾਹੇ ਪਾਰਟੀ ਦਾ ਕੋਈ ਲੀਡਰ ਹੋਵੇ, ਚਾਹੇ ਕੋਈ ਸੀਨੀਅਰ ਆਫੀਸਰ ਹੋਵੇ। ਪਰ ਸਵਾਲ ਇਹ ਹੈਗਾ ਕਿ ਐਲਾਨ ਤੋਂ ਅੱਗੇ ਵੀ ਹੋਵੇ, ਕਾਰਵਾਈ ਵੀ ਹੋਵੇ। ਐਲਾਨ ਤੇ ਚਲੋ ਹੋ ਗਿਆ, ਚੰਗੀ ਗੱਲ ਹੈਗੀ, ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ, ਪਰ ਪੋਲੀਟੀਕਲ ਬਿਆਨ ਤੋਂ ਅੱਗੇ ਕਾਰਵਾਈ ਹੋਵੇ, ਲੋਕ ਉਹ ਇੰਤਜ਼ਾਰ ਕਰਦੇ ਨੇ। ਮੈਨੂੰ ਲੱਗਦਾ ਵੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਬੀਜ ਘਟਾਲੇ ਵਾਲੇ ਵੀ ਅਸੀਂ ਅਰੈਸਟ ਕੀਤੇ ਆ, ਜਿਹੜੇ ਸਾਡੀ ਸਰਕਾਰ ਤੋਂ ਪਹਿਲਾਂ ਵਾਲੇ ਸੀ, ਜਿਵੇਂ ਦਿਆਲ ਸਿੰਘ ਕੋਲਿਆਂ ਵਾਲੀ ਸੀ ਜਾਂ ਮੰਗਲ ਸਿੰਘ ਸੀ ਖੇਤੀਬਾੜੀ ਵਾਲੇ ਡਾਇਰੈਕਟਰ, ਉਹ ਵੀ ਅਸੀਂ ਅਰੈਸਟ ਕੀਤੇ ਆ। ਜਾਂ ਉਸ ਤੋਂ ਪਹਿਲਾਂ ਹੋਰ ਬੇਨਿਯਮੀਆਂ ਵਾਲੇ ਬੜੇ ਬੰਦੇ ਸੀ, ਜਿਵੇਂ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ। ਸਾਰਿਆਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ, ਪਰ ਕਾਨੂੰਨ ਮੁਤਾਬਕ। ਅਸੀਂ ਕਾਨੂੰਨ ਨੂੰ ਵੀ ਆਪਣੇ ਜਿਹੜੀ ਆਪਣੀ ਸਰਕਾਰ ਦੇ ਨਜ਼ਦੀਕ ਹੈਗੇ ਨਾ ਜਸਵਿੰਦਰ ਜੀ ਜਿਹੜੀ ਆਪਣੀ ਸਰਕਾਰ ਦੇ ਨਜ਼ਦੀਕ ਹੈਗੇ ਨਾ, ਕਾਰਵਾਈ ਉਹਨਾਂ ਤੇ ਵੀ ਹੋਣੀ ਚਾਹੀਦੀ ਹੈ। ਦਿਆਲ ਸਿੰਘ ਕੋਲਿਆਂ ਵਾਲੀ ਤੇ ਹੋਈ ਜਾਂ ਹੋਰ ਤੇ ਹੋਈ, ਉਹ ਠੀਕ ਹੈ, ਉਹ ਬਿਹਤਰ ਗੱਲ ਹੈਗੀ ਹੈ, ਪਰ ਜਿਹੜੇ ਆਪਦੀ ਸਰਕਾਰ ਦੇ ਨਜ਼ਦੀਕ ਹੈਗੇ, ਕਾਰਵਾਈ ਉਹਨਾਂ ਤੇ ਵੀ ਜ਼ਰੂਰ ਹੋਣੀ ਚਾਹੀਦੀ ਹੈ। ਠੀਕ ਹੈ, ਸਾਡੇ ਕੋਲ ਸਮਾਂ ਖਤਮ ਹੋ ਗਿਆ। ਬਹੁਤ ਬਹੁਤ ਧੰਨਵਾਦ ਜਸਵਿੰਦਰ ਜੀ, ਧੰਨਵਾਦ ਦੀਪਾ ਜੀ, ਔਰ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਧੰਨਵਾਦ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।